ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ, ਅੱਖਰ ਅੱਖਰ ਮੋਤੀ ਬਣਦੇ ਮੋਤੀਆਂ ਤੋਂ ਫਿਰ ਮਾਲਾ। ਆਓ ਅੱਜ ਤੋਂ ਫਿਰ ਗੂੜਾ ਕਰੀਏ ਰਿਸ਼ਤਾ ਸਾਹਿਤਕ ਤੰਦਾਂ ਵਾਲਾ। ਜਸ ਪੰਜਾਬੀ ਦੇ ਵਿਹੜੇ ਦੇ ਵਿੱਚ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਸਾਹਿਤਕ ਤੰਦਾਂ ਲੈ ਕੇ ਮੈਂ ਹਾਜ਼ਰ ਹਾਂ, ਪ੍ਰਿੰਸ ਭਾਰਦਵਾਜ। ਭਾਰਤ ਦੀ ਆਜ਼ਾਦੀ 1947 ਦੇ ਵਿੱਚ ਆਈ, ਬੜਾ ਕੁਝ ਹੋਇਆ ਉਦੋਂ। ਜੇ ਮੈਂ ਉਦੋਂ ਦੀ ਗੱਲ ਕਰਾਂ ਤਾਂ ਮੈਨੂੰ ਅੱਜ ਦਾ ਇੱਕ ਸ਼ੇਅਰ ਢੁਕਵਾਂ ਲਿਖਦਾ ਹੈ, ਉਦੋਂ ਲਿਖਿਆ ਜਾਂ ਅੱਜ ਲਿਖਿਆ ਕਿ ਬੜਾ ਕੁਝ ਵਕਤ ਨੇ ਲਿਖਿਆ ਮੇਰੇ ਤਨ ਤੇ ਮੇਰੀ ਰੂਹ ਤੇ, ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ। ਜੇ ਭਾਰਤ ਦੀ ਆਜ਼ਾਦੀ ਨੂੰ ਵੇਖਣਾ ਹੋਵੇ, ਵੰਡਿਆ ਪੰਜਾਬ ਤੇ ਵੰਗਾਲ ਗਿਆ ਸੀ, ਬਾਕੀ ਭਾਰਤ ਉਵੇਂ ਹੀ ਵਸਦਾ ਰਿਹਾ ਸੀ, ਸਾਡਾ ਪੰਜਾਬ ਅਲੱਗ ਹੋਇਆ ਸੀ। ਤੇ ਉਸ ਦਰਦ ਨੂੰ, ਉਹ ਇੱਕ ਤਰ੍ਹਾਂ ਦੀ ਜੰਗ ਸੀ, ਉਸ ਦਰਦ ਨੂੰ ਉਸਤਾਦ ਦਾਮਨ ਨੇ ਇਸ ਤਰੀਕੇ ਨਾਲ ਬਿਆਨ ਕੀਤਾ ਸੀ ਕਿ ਮੂੰਹੋਂ ਭਾਵੇਂ ਕੁਝ ਨਾ ਕਹੀਏ, ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ। ਲਾਲੀ ਨੈਣਾ ਦੀ ਪਈ ਦੱਸਦੀ ਏ ਕਿ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਦੇ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ। ਇਹ ਬਰਬਾਦੀ ਦੀ ਬਾਤ ਅੱਜ ਮੈਂ ਸਾਹਿਤਕ ਤੰਦਾਂ ਦੇ ਵਿੱਚ ਇਸ ਕਰਕੇ ਸ਼ੁਰੂਆਤੀ ਦੌਰ ਦੇ ਵਿੱਚ ਹੀ ਪਾ ਲਈ ਕਿ ਦੁਨੀਆ ਦਾ ਵਰਤਾਰਾ ਅੱਜ ਜਿੱਥੇ ਪਹੁੰਚਿਆ ਹੋਇਆ, ਸਾਨੂੰ ਇੱਕ ਖਤਰੇ ਦਾ ਅਹਿਸਾਸ ਹੋ ਰਿਹਾ। ਉਹ ਖਤਰਾ ਜਿਹੜਾ ਯੂਕਰੇਨੀ ਲੋਕਾਂ ਦੇ ਉੱਤੇ ਮੰਡਰਾ ਰਿਹਾ, ਉਸ ਦਾ ਗੁਆਂਢੀ ਮੁਲਕ ਰਸ਼ੀਆ, USSR, ਸੋਵੀਅਤ ਸੰਘ, ਜਿਸ ਨੇ ਉਸ ਦੇ ਉੱਤੇ ਹਮਲਾ ਕੀਤਾ। ਜੰਗ ਕੋਈ ਵੀ ਹੋਵੇ, ਜੰਗ ਕਦੇ ਵੀ ਸੁਖਾਵੀਂ ਨਹੀਂ ਹੁੰਦੀ। ਜੰਗਾਂ ਦੀ ਜਿੱਤ ਤੇ ਹਾਰ ਤੋਂ ਬਾਅਦ ਦੇ ਜਿਹੜੇ ਨਤੀਜੇ ਹੁੰਦੇ ਨੇ ਉਹ ਬਹੁਤ ਭਿਆਨਕ ਹੁੰਦੇ ਨੇ। ਜੰਗ ਦੇ ਵਿੱਚ ਘਾਣ ਹਮੇਸ਼ਾ ਮਨੁੱਖਤਾ ਦਾ ਹੁੰਦਾ। ਮਨੁੱਖਤਾ ਨੂੰ ਕੋਈ ਧਿਆਨ ਦੇ ਵਿੱਚ ਨਹੀਂ ਰੱਖਦਾ। ਬਸ ਆਪਣੀਆਂ ਸਰਦਾਰੀਆਂ ਚਮਕਾਉਣ ਦੇ ਚੱਕਰ ਦੇ ਵਿੱਚ ਅਸੀਂ ਦੁਨੀਆ ਨੂੰ ਉਸ ਮੁਹਾਨੇ, ਉਸ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਸਾਮਰਾਜੀ ਤਾਕਤਾਂ ਨੇ ਦੁਨੀਆ ਨੂੰ ਸਿਰਫ ਇੱਕ ਬਾਜ਼ਾਰ, ਇੱਕ ਮੰਡੀ ਦੇ ਰੂਪ ਦੇ ਵਿੱਚ ਦੇਖਣਾ ਸ਼ੁਰੂ ਕੀਤਾ। ਯੂਕਰੇਨ ਦੇ ਨਾਲ ਉਹ ਹੋਈ ਕਿ ਅੱਗ ਲਾਈ ਤੇ ਡੱਬੂ ਕੰਧ ਤੇ, ਸੰਗੀ ਸਾਥੀ ਯਾਰ ਬੇਲੀ ਉਸ ਨੂੰ ਛਕਾ ਕੇ ਫੂਕ ਤੇ ਕੱਲਿਆਂ ਛੱਡ ਕੇ ਜਾ ਵੜੇ। ਤੇ ਹੁਣ ਉੱਥੇ ਜਿਹੜੇ ਉੱਥੋਂ ਦੇ ਨਾਗਰਿਕ ਨੇ, ਕੀ ਹੋ ਰਿਹਾ ਤੁਹਾਨੂੰ ਸਭ ਨੂੰ ਪਤਾ ਹੈ। ਅੱਜ ਸਾਹਿਤਕ ਤੰਦਾਂ ਦੇ ਵਿੱਚ ਬਾਤ ਅੱਜ ਦੇ ਇਸ ਵਰਤਾਰੇ ਤੋਂ ਲੈ ਕੇ ਕੁੱਲ ਆਲਮੀ ਵਰਤਾਰੇ ਦੀ ਗੱਲ ਕਰਾਂਗੇ। ਹਿੰਦੁਸਤਾਨ ਦੀ ਗੱਲ ਕਰਾਂਗੇ, ਸਾਹਿਤਕ ਹਲਕਿਆਂ ਦੀ ਗੱਲ ਕਰਾਂਗੇ, ਸਮਾਜਿਕ ਰਾਜਨੀਤਿਕ ਹਾਲਾਤਾਂ ਦੀ ਗੱਲ ਕਰਾਂਗੇ, ਮਨੁੱਖਤਾ ਦੀ ਗੱਲ ਕਰਾਂਗੇ, ਮਾਨਵਤਾ ਦੀ ਗੱਲ ਕਰਾਂਗੇ। ਕਿਉਂਕਿ ਸਾਡੇ ਨਾਲ ਅੱਜ ਸਾਹਿਤਕ ਤੰਦਾਂ ਦੇ ਵਿੱਚ ਬਾਤ ਪਾਉਣ ਵਾਲੇ ਜਿਹੜੇ ਸ਼ਖਸ ਆਏ ਨੇ, ਕੁਝ ਲੋਕ ਕਿਤਾਬਾਂ ਵਰਗੇ ਹੁੰਦੇ ਨੇ। ਉਹਨਾਂ ਨੂੰ ਕਿਤਾਬਾਂ ਲਿਖਣ ਦੀ ਲੋੜ ਨਹੀਂ ਹੁੰਦੀ। ਕਿਤਾਬਾਂ ਵਰਗੇ ਲੋਕਾਂ ਨੂੰ ਪੜ੍ਹ ਲੈਣਾ, ਉਹਨਾਂ ਦੇ ਇਤਿਹਾਸ ਨੂੰ ਪੜ੍ਹ ਲੈਣਾ, ਉਹਨਾਂ ਦੀ ਗੱਲਬਾਤ ਦੀ, ਉਹਨਾਂ ਦੀ ਗੁਫ਼ਤਗੂ ਦੇ ਵਿੱਚ ਸ਼ਾਮਲ ਹੋ ਜਾਣਾ, ਉਹਨਾਂ ਨੂੰ ਆਪਣੀ ਗੁਫ਼ਤਗੂ ਦੇ ਵਿੱਚ ਸ਼ਾਮਲ ਕਰ ਲੈਣਾ, ਇਹੀ ਸਭ ਤੋਂ ਖੂਬਸੂਰਤ ਪਲ ਹੁੰਦਾ। ਆਓ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਬਹੁਤ ਪਿਆਰੇ ਅਜੀਜ਼ ਮਹਿਮਾਨ ਡਾਕਟਰ ਜਸਪਾਲ ਸਿੰਘ ਹੋਰਾਂ ਦਾ। ਡਾਕਟਰ ਸਾਹਿਬ ਬਹੁਤ ਸਵਾਗਤ ਜੀ ਆਇਆਂ ਨੂੰ। ਸ਼ੁਕਰੀਆ ਜੀ, ਮਿਹਰਬਾਨੀ। ਤੁਹਾਡੇ ਅੱਜ ਜਸ ਪੰਜਾਬੀ ਦੇ ਸਾਹਿਤਕ ਵਿਹੜੇ ਦੇ ਵਿੱਚ ਤੁਸੀਂ ਮੈਨੂੰ ਬੁਲਾਇਆ ਤਾਂ ਮੇਰੇ ਲਈ ਬਹੁਤ ਹੀ ਵੱਡੀ ਇੱਕ ਨਵਾਜ਼ਿਸ਼ ਹੈ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਇਸ ਅੰਤਰਰਾਸ਼ਟਰੀ ਜਸ ਪੰਜਾਬੀ ਚੈਨਲ ਦਾ, ਜਿਨ੍ਹਾਂ ਦੀ ਆਵਾਜ਼ ਨੂੰ, ਜਿਨ੍ਹਾਂ ਦੀ ਪਹੁੰਚ ਨੂੰ ਦੁਨੀਆ ਜਿਹੜੀ ਹੈ ਦਿਲ ਦੇ ਨਾਲ ਸੁਣਦੀ ਹੈ। ਤੇ ਜਿਸ ਤਰੀਕੇ ਨਾਲ ਤੁਸੀਂ ਆਗਾਜ਼ ਕੀਤਾ ਸਾਹਿਤਕ ਅੱਖਰਾਂ ਦੀ ਮਾਲਾ ਦਾ, ਮੈਂ ਕੋਸ਼ਿਸ਼ ਕਰਾਂਗਾ ਤੁਹਾਡੀ ਮਾਲਾ ਦੇ ਵਿੱਚ ਕੋਈ ਨਾ ਕੋਈ ਇੱਕ ਛੋਟਾ ਜਿਹਾ ਮੋਤੀ ਹੋਰ ਜੋੜਦੇ ਹਾਂ। ਵਾਹ! ਤਾਂ ਜੋ ਇਹ ਜਿਹੜੀ ਮਾਲਾ ਹੈ, ਇਹ ਇਸ ਦੀ ਇੱਕ ਅਹਿਮੀਅਤ ਜਿਹੜੀ ਹੈਗੀ ਆ, ਕੋਈ ਨੂਰ ਹੀਰੇ ਤੋਂ ਘੱਟ ਨਾ। ਕੀ ਬਾਤ ਹੈ ਸਰ, ਮੈਨੂੰ ਇਹੀ ਆਸ ਤੇ ਇਹੀ ਉਮੀਦ ਹੈ ਕਿ ਤੁਸੀਂ ਸਾਡੀ ਇਸ ਮਾਲਾ ਦੇ ਵਿੱਚ ਜਿਹੜਾ ਮਣਕਾ, ਜਿਹੜਾ ਮੋਤੀ ਜੜ ਕੇ ਜਾਓਗੇ, ਉਹ ਚਮਕਦਾ ਰਹੇਗਾ ਤੇ ਸਾਨੂੰ ਵੀ ਹੋਰ ਸੁਖਾਵਾਂ ਅਹਿਸਾਸ ਕਰਾਏਗਾ ਕਿ ਸਾਡੀ ਮਿਹਨਤ ਦਾ ਵੀ ਕੋਈ ਮੁੱਲ ਪੈਣਾ ਸ਼ੁਰੂ ਹੋਇਆ। ਔਰ ਉਚੇਚੇ ਤੌਰ ਤੇ ਮੈਂ ਤੁਹਾਡਾ ਪ੍ਰਿੰਸ ਜੀ ਥੈਂਕਸ ਕਰਦਾ। ਔਰ ਨਾਲ ਮੈਂ ਤੁਹਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਦਰਸ਼ਕ ਨੇ, ਜਿਹੜੇ ਤੁਹਾਡੇ ਇਸ ਪ੍ਰੋਗਰਾਮ ਨੂੰ ਬਹੁਤ ਲਾਈਕ ਕਰਦੇ ਨੇ, ਉਹਨਾਂ ਦਾ ਵੀ ਜੇਕਰ ਮੈਨੂੰ ਇਸ ਤਰ੍ਹਾਂ ਹੌਸਲਾ ਅਫਜ਼ਾਈ ਆਸ਼ੀਰਵਾਦ ਮਿਲਦਾ ਤਾਂ ਮੈਂ ਸਮਝਦਾ ਮੇਰੇ ਵਾਸਤੇ ਇੱਕ ਬਹੁਤ ਹੀ ਖੁਸ਼ਕਿਸਮਤੀ ਵਾਲਾ ਇੱਕ ਪਲ ਨੇ। ਔਰ ਇਸ ਪਲ ਦੇ ਵਿੱਚ ਮੈਂ ਤੁਹਾਡੀ ਸਾਹਿਤਕ ਸੱਥ ਜਿਹੜੀ ਹੈ ਉਹਨੂੰ ਪੂਰੀ ਤਰ੍ਹਾਂ ਮੰਨਣ ਦੀ ਕੋਸ਼ਿਸ਼ ਕਰਾਂ। ਕੀ ਬਾਤ ਹੈ, ਆਪਾਂ ਮਾਣਾਂਗੇ ਸਰ। ਸਰ ਸਵਾਲ ਰਸਮੀ ਆ, ਪਰ ਮੈਨੂੰ ਲੱਗਦਾ ਹੈ ਕਿ ਇਸ ਰਸਮੀ ਸਵਾਲ ਤੋਂ ਬਿਨਾਂ ਸਾਂਝ ਜਿਹੜੀ ਆ ਉਹ ਸਾਡੀ ਪੂਰਨ ਨਹੀਂ ਹੁੰਦੀ ਹੈਗੀ। ਹਰ ਬੰਦੇ ਦੀ ਇੱਕ ਮੋੜੀ ਲੱਗੀ ਹੁੰਦੀ ਹੈ, ਹਰ ਬੰਦੇ ਦਾ ਜੜ ਰੂਟ ਕਿਤੇ ਪਿਆ ਹੁੰਦਾ। ਅੱਜ ਬੇਸ਼ੱਕ ਤੁਸੀਂ ਵੀ ਚੰਡੀਗੜ੍ਹ ਵਰਗੇ ਖੂਬਸੂਰਤ ਸ਼ਹਿਰ ਜਿਹਨੂੰ ਕਿਹਾ ਜਾਂਦਾ, ਵੈਸੇ ਪੱਥਰਾਂ ਦਾ ਸ਼ਹਿਰ ਵੀ ਕਿਹਾ ਜਾਂਦਾ, ਬੇਸ਼ੱਕ ਹਰਿਆਲੀ ਬਹੁਤ ਹੈ, ਲੀ ਕਾਰਬੂਜ਼ੇ ਨੇ ਜਦੋਂ ਇਸ ਦਾ ਡਿਜ਼ਾਈਨ ਕੀਤਾ, ਬੇਸ਼ੱਕ ਦਰਖਤ ਬਹੁਤ ਲਾਏ ਗਏ ਨੇ, ਜੰਗਲ ਰਾਖਵੇਂ ਰੱਖੇ ਗਏ ਨੇ, ਪਰ ਫਿਰ ਵੀ ਜਿਹੜੇ ਕੁਝ ਦਰਦਮੰਦੀ ਲੋਕ ਨੇ ਉਹ ਪੱਥਰਾਂ ਦਾ ਸ਼ਹਿਰ ਹੀ ਕਹਿੰਦੇ ਆ। ਤੁਸੀਂ ਅੱਜ ਇੱਥੇ ਰਹਿ ਰਹੇ ਹੋ, ਪਰ ਡਾਕਟਰ ਜਸਪਾਲ ਹੋਰਾਂ ਦੇ ਪਰਿਵਾਰਕ ਪਿਛੋਕੜ ਦੀ ਜੇਕਰ ਸਾਂਝ ਅਸੀਂ ਦਰਸ਼ਕਾਂ ਨਾਲ ਪਾਵਾਂਗੇ ਤਾਂ ਇੱਕ ਆਪਣਤ ਮਹਿਸੂਸ ਹੋਏਗੀ ਸਾਰਿਆਂ ਨੂੰ। ਜੀ ਜੀ ਜੀ। ਮੈਂ ਪ੍ਰਿੰਸ ਜੀ, ਮੈਂ ਬੇਸਿਕਲੀ
ਸ਼ੇਖ ਫਰੀਦ ਬਾਬਾ ਜੀ ਦੀ ਧਰਤੀ ਜਿਹੜੀ ਫਰੀਦਕੋਟ ਹੈ, ਉਸ ਦਾ ਇੱਕ ਸ਼ਹਿਰ ਹੈ ਕੋਟਕਪੂਰਾ ਜੀ। ਕੋਟਕਪੂਰਾ ਮੰਡੀ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ ਤੇ ਦੋ ਤਿੰਨ ਚੀਜ਼ਾਂ ਵਾਸਤੇ ਬਹੁਤ ਮਸ਼ਹੂਰ ਹੈ ਜੀ। ਇੱਕ ਬੜੀ ਸਵੀਟ ਹੈ, ਮਿੱਠੀ ਜਿਹੜੀ ਚੀਜ਼ ਦੁਨੀਆ ਦੇ ਵਿੱਚ ਢੋਡੇ ਵਾਸਤੇ ਕੋਟਕਪੂਰਾ ਬਹੁਤ ਮਸ਼ਹੂਰ ਹੈ। ਕੋਟਕਪੂਰਾ ਜਿਹੜਾ ਹੈ ਉਹ ਅੰਤਰਰਾਸ਼ਟਰੀ ਪੱਧਰ ਤੇ ਬਾਸਕਟਬਾਲ ਦੇ ਖਿਡਾਰੀ ਪੈਦਾ ਕਰਨ ਵਾਸਤੇ ਬਹੁਤ ਮਸ਼ਹੂਰ ਹੈ। ਬਿਲਕੁਲ। ਜਿਹੜਾ ਕੋਟਕਪੂਰਾ ਹੈ ਉਹ ਸਾਡੇ ਏਸ਼ੀਆ ਦੀ ਜਿਹੜੀ ਇੱਕ ਕਾਟਨ ਦੀ ਬਹੁਤ ਵੱਡੀ ਮਾਰਕੀਟ ਜਿਹੜੀ ਹੈ ਬਿਲਕੁਲ ਉਹ ਸਥਾਪਿਤ ਰਹੀ ਹੈ ਜੀ। ਬਿਲਕੁਲ। ਸੋ ਮੈਂ ਉਸ ਮਿੱਟੀ ਦੇ ਨਾਲ ਜੁੜਿਆ ਹੋਇਆ, ਔਰ ਸਾਹਿਤਕ ਤੌਰ ਤੇ ਜਿਹੜੇ ਸਾਡੇ ਨੂਰ ਸਾਹਿਬ ਹੈ, ਡਾਕਟਰ ਸਤਿੰਦਰ ਨੂਰ, ਮਰਹੂਮ ਡਾਕਟਰ ਸਤਿੰਦਰ, ਯੈਸ ਅਸੀਂ ਉਹਨਾਂ ਦਾ ਬਹੁਤ ਹੀ ਮਤਲਬ ਜਿਹੜਾ ਹੈ ਸਤਿਕਾਰ ਕਰਦੇ ਹਾਂ। ਉਹਨਾਂ ਦੀ ਜੋ ਸਾਹਿਤਕ ਸ਼ਖਸੀਅਤ ਹੈ ਉਹ ਬਹੁਤ ਹੀ ਉੱਚ ਪੱਧਰ ਦੀ ਹੈ, ਔਰ ਉਸੇ ਹੀ ਧਰਤੀ ਦੇ ਨਾਲ ਜੀ ਮੇਰਾ ਇੱਕ ਰਿਸ਼ਤਾ ਹੈ। ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਗੱਲ ਹੋਰ ਜੋੜਦਾ ਜੀ। ਤੁਸੀਂ ਤਿੰਨ ਚਾਰ ਗੱਲਾਂ ਕੀਤੀਆਂ। ਜੀ। ਇੱਕ ਪੰਜਾਬੀ ਸੱਭਿਆਚਾਰ ਦੀ ਵੰਨਗੀ ਦੇ ਵਿੱਚ ਵੀ ਆਉਂਦਾ ਸੀ ਕਿ ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ, ਯਾਦ ਆ ਸਰ? ਬਿਲਕੁਲ ਉਹ ਇੱਕ ਲੋਕਾਂ ਦੀ ਜ਼ੁਬਾਨ ਤੇ ਹੈ ਜੀ। ਹਰ ਆਮ ਆਦਮੀ ਜਿਹੜਾ ਹੈ ਉਸ ਮੇਰੇ ਸ਼ਹਿਰ ਨੂੰ, ਮੇਰੇ ਕੋਟਕਪੂਰੇ ਨੂੰ, ਮੇਰੀ ਜਨਮ ਭੂਮੀ ਨੂੰ, ਮੇਰੀ ਕਰਮ ਭੂਮੀ ਨੂੰ ਜਿਹੜਾ ਹੈ ਫਾਟਕ ਜਿਹੜਾ ਹੈ ਉਸ ਨਾਲ ਜੋੜ ਕੇ ਦੇਖਦਾ। ਚਾਹੇ ਉਹ ਫਾਟਕ ਬੰਦ ਹੈ, ਪਰ ਕੋਟਕਪੂਰੇ ਦੇ ਲੋਕਾਂ ਦੇ ਜਿਹੜੇ ਦਿਲ ਨੇ ਉਹ ਹਮੇਸ਼ਾ ਲਈ ਖੁੱਲੇ ਹੁੰਦੇ ਨੇ। ਆਹ ਗੱਲ ਸਰ ਤੁਸੀਂ ਮੇਲਾ ਲੁੱਟ ਲਿਆ। ਔਰ ਕੋਟਕਪੂਰੇ ਦੇ ਮੈਂ ਹੋਰ ਦੱਸ ਦਿਆਂ ਦਰਸ਼ਕੋ, ਕੋਟਕਪੂਰੇ ਦੇ ਰੰਗ ਕਰਮੀ ਨੇ ਜਿਹੜੇ, ਕੋਟਕਪੂਰ ਦੇ ਨਾਟਕਕਾਰ ਨੇ ਜਿਹੜੇ, ਉੱਥੋਂ ਦੇ ਜਿਹੜੇ ਥੀਏਟਰ ਆਰਟਿਸਟ ਨੇ, ਸਾਰੇ ਬੜੇ ਕਮਾਲ। ਕਿਹਦਾ ਨਾਂ ਲਵਾਂ, ਮਤਲਬ ਕਿਸੇ ਦਾ ਨਾਂ ਛੁੱਟ ਗਿਆ ਤਾਂ ਗੁੱਸਾ ਕਰ ਜਾਣਗੇ। ਕੁਮਾਰ ਜਗਦੇਵ ਹੋਰੀ, ਜਗਦੇਵ ਢਿੱਲੋਂ ਹੋਰੀ, ਗੁਰਮੀਤ ਸਾਜਨ ਹੋਰੀ, ਅੱਜ ਕੱਲ੍ਹ ਪ੍ਰਿੰਸ ਚੱਲ ਰਿਹਾ, ਪ੍ਰਿੰਸ KJ ਹੋਰੀ, ਹੋਰ ਕਿੰਨੇ ਸਾਰੇ, ਭਾਰਤੀ ਹੈ ਸਾਡਾ ਮਿੱਤਰ, ਹੋਰ ਬੜੇ ਸਾਰੇ ਸ਼ਖਸੀਅਤਾਂ ਬੜੀਆਂ ਕਮਾਲ ਦੀਆਂ ਉੱਥੋਂ। ਸੈਮੂਅਲ ਜੌਨ ਕੋਟਕਪੂਰੇ ਦੇ ਨਾਲ ਢਿਲਵਾਂ ਕਲਾਂ ਪਿੰਡ ਜਿਹੜਾ ਹੈ ਉੱਥੋਂ। ਪਾਲੀ ਭੁਪਿੰਦਰ ਹੋਰੀ ਕੋਟਕਪੂਰੇ ਪੜ੍ਹੇ ਨੇ ਮੇਰੇ ਖਿਆਲ ਚ, ਸ਼ਹੀਦ ਭਗਤ ਸਿੰਘ ਕਾਲਜ ਹੈ ਨਹੀਂ? ਯੈਸ ਕਿਸੇ ਵਕਤ ਬਰਜਿੰਦਰਾ ਕਾਲਜ ਸੀ, ਬਰਜਿੰਦਰਾ ਕਾਲਜ, ਲੇਕਿਨ ਉਹਨਾਂ ਰਿਸ਼ਤਾ ਰਿਹਾ। ਮੈਂ ਇਹਦੇ ਵਿੱਚ ਇੱਕ ਹੋਰ ਗੱਲ ਜੋੜਦੇ ਆ ਕਿ ਮੈਂ ਜਿਸ ਪਰਿਵਾਰ ਨਾਲ ਸੰਬੰਧ ਰੱਖਦਾ ਜੀ, ਮੇਰੇ ਪਰਿਵਾਰ ਦੇ ਵਿੱਚ ਵੀ ਆਰਟਿਸਟ ਪੈਦਾ ਹੋਏ ਨੇ। ਵਾਹ। ਮੇਰੇ ਚਾਚਾ ਜੀ ਮਦਨ ਰਾਹੀ, ਮਦਨ ਰਾਹੀ ਜੀ, ਮਦਨ ਰਾਹੀ ਮੇਰੇ ਬਿਲਕੁਲ ਰੀਅਲ ਚਾਚਾ ਜੀ, ਜਿਹੜੇ ਅੱਜ ਕੱਲ ਇਸ ਦੁਨੀਆ ਤੇ ਨਹੀਂ ਹੈ। ਪੰਜਾਬੀ ਫਿਲਮਾਂ ਦੇ ਵਿੱਚ ਇੱਕ ਪੰਜਾਬੀ ਸਿੰਗਰ ਹੁੰਦੇ ਸੀ ਪੰਮੀ ਪੋਲੀ, ਉਹਨਾਂ ਦੇ ਉਸ ਜਿਹੜੇ ਹੈ ਗਰੁੱਪ ਦਾ ਹਿੱਸਾ ਹੁੰਦੇ ਸੀਗੇ। ਸੋ ਮੈਨੂੰ ਬੜੀ ਨੇੜਿਓਂ ਮਾਨਕ ਸਾਹਿਬ ਨੂੰ, ਸਦੀਕ ਸਾਹਿਬ ਨੂੰ ਜਿਹੜਾ ਹੈ ਦੇਖਣ ਦਾ ਮੌਕਾ ਮਿਲਿਆ ਉਹਨਾਂ ਦੇ ਥਰੂ। ਇਸੇ ਤਰੀਕੇ ਨਾਲ ਮੇਰੇ ਇੱਕ ਚਾਚਾ ਜੀ ਜੋਗਿੰਦਰ ਪਰਦੇਸੀ ਜੀ, ਉਹ ਬਹੁਤ ਸਾਰੀਆਂ ਫਿਲਮਾਂ ਦੇ ਪ੍ਰੋਡਿਊਸਰ ਰਹੇ ਨੇ। ਸੋ ਕੋਟਕਪੂਰੇ ਦੇ ਵਿੱਚ ਜੇਕਰ ਤੁਸੀਂ ਸਾਹਿਤਕ ਆਰਟਿਸਟਾਂ ਦੀ ਗੱਲ ਕੀਤੀ ਹੈ ਤਾਂ ਮੈਨੂੰ ਬੜਾ ਫਖਰ ਲੱਗਦਾ ਹੈ ਕਿ ਇਹਦੇ ਵਿੱਚ ਮੇਰੇ ਪਰਿਵਾਰ ਦਾ ਵੀ ਨਾ ਕੋਈ ਜਿਹੜਾ ਹਿੱਸਾ ਹੈ ਜਾ ਕੇ ਜੁੜ ਜਾਂਦਾ ਹੈ। ਉਸੇ ਦੇ ਵਿੱਚੋਂ ਤਾਂ ਫਿਰ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਕਿ ਲਹੂ ਦੇ ਵਿੱਚੋਂ, ਲਹੂ ਦਾ ਰੰਗ ਤਾਂ ਨਹੀਂ ਸਰ, ਉਹ ਜਿਹੜੀ ਅੰਦਰ ਧੜਕਣ ਹੈ ਉਹੀ ਤਾਂ ਫਿਰ ਤੁਹਾਡੇ ਸਫ਼ਰ ਦਾ ਹਿੱਸਾ ਬਣਦੀ ਹੈ, ਜੀਵਨ ਜਾਂਚ ਦਾ ਹਿੱਸਾ। ਕੁਛ ਨਾ ਕੁਛ ਕੁਦਰਤ ਜਿਹੜੀ ਹੈ ਤੁਹਾਨੂੰ ਜਿਹੜਾ ਹੈ ਉਸ ਨਾਲ ਜੋੜ ਕੇ ਰੱਖਦੀ ਹੈ। ਉਹ ਗਾਹੇ ਬਗਾਹੇ ਤੁਸੀਂ ਉਸ ਦਾ ਜਿਹੜਾ ਹੈ ਉਸ ਮਕਾਮ ਦੇ ਨਾਲ ਜੋੜੀ ਜਾਂਦੇ ਹੋ। ਜੀ ਸਰ, ਕਿੱਦਾਂ ਰਿਹਾ ਤੁਹਾਡਾ ਮਤਲਬ ਪੜ੍ਹਾਈ ਦੇ ਖੇਤਰ ਦੇ ਵਿੱਚੋਂ ਫਿਰ ਸਿੱਖਿਆ ਖੇਤਰ ਦੇ ਵਿੱਚ ਆਉਣਾ? ਤੁਹਾਡੇ ਬਚਪਨ ਤੋਂ ਜਵਾਨੀ ਪਹਿਰੇ ਦਾ ਕਿੱਦਾਂ ਦੀਆਂ ਚੇਟਕਾਂ, ਕਿੱਦਾਂ ਦੇ, ਕਿਉਂਕਿ ਵਕਤ ਬਦਲ ਗਿਆ, ਅਸੀਂ ਤੁਹਾਡੇ ਤੋਂ ਛੋਟੇ ਹਾਂ, ਤੁਹਾਡੇ ਵਕਤਾਂ ਦੇ ਜ਼ਮਾਨੇ ਕੁਝ ਹੋਰ ਸੀ, ਜ਼ਿੰਦਗੀ ਦੀਆਂ ਪੈੜਾਂ ਕੁਝ ਹੋਰ ਸੀ, ਰੰਗ ਕੁਝ ਹੋਰ ਸੀ, ਉਹਨਾਂ ਦਾ ਜ਼ਿਕਰ ਥੋੜਾ ਜਿਹਾ ਜੇ ਕਰੀਏ ਸਰ। ਹਾਂ ਬਿਲਕੁਲ ਜੀ, ਮੈਂ ਮਹਿਸੂਸ ਕਰਦਾ ਕਿ ਜਦੋਂ ਕੋਈ ਬੰਦਾ ਆਪਣੇ ਬਚਪਨ ਨੂੰ ਫਰੋਲਦਾ ਹੈ, ਆਪਣੀ ਜਵਾਨੀ ਨੂੰ ਫਰੋਲਦਾ ਹੈ, ਤਾਂ ਉਹਦੇ ਨਾਲ ਨਾਲ ਸਮਾਜ ਵੀ ਤੁਰਦਾ ਹੈ ਜੀ। ਉਸ ਦੇ ਨਾਲ ਨਾਲ ਉੱਥੋਂ ਦੇ ਹਾਲਾਤ, ਉਹ ਮਾਹੌਲ ਮੰਜ਼ਰ ਜਿਹੜਾ ਹੈ ਉਹ ਵੀ ਇੱਕ ਰੂਪਮਾਨ ਹੁੰਦਾ ਹੈ। ਮੇਰੀ ਜਿਹੜੀ ਐਜੂਕੇਸ਼ਨ ਹੈ ਉਹ ਮੁੱਢਲੇ ਤੌਰ ਤੇ ਪ੍ਰਾਇਮਰੀ ਸਕੂਲ, ਸਾਡੇ ਕੋਟਕਪੂਰੇ ਦੇ ਵਿੱਚ ਇੱਕ ਕਿਲਾ ਹੈ ਜੀ, ਹੁਣ ਨਹੀਂ ਹੈ, ਲੇਕਿਨ ਕੋਟਕਪੂਰੇ ਦਾ ਨਾਂ ਹੀ ਜਿਹੜਾ ਹੈ ਉਹ ਮਹਾਰਾਜਾ ਕਪੂਰੇ ਦਾ ਇੱਕ ਕਿਲਾ ਹੁੰਦਾ ਸੀ, ਉੱਥੇ ਹੀ ਮੇਰਾ ਜਿਹੜਾ ਹੈ ਸਕੂਲ ਸੀਗਾ। ਔਰ ਪ੍ਰਿੰਸ ਜੀ, ਅੱਜ ਵੀ ਮੈਂ ਆਪਣੇ ਘਰ ਦੇ ਵਿੱਚ ਉਸ ਕਿਲੇ ਦੀ ਫੋਟੋ ਲਾਈ ਹੋਈ ਹੈ। ਕੀ ਬਾਤ। ਔਰ ਉੱਥੇ ਮੈਂ ਲਿਖਿਆ ਹੋਇਆ ਮੇਰੀ ਇਬਾਦਤਗਾਹ, ਜਿੱਥੋਂ ਮੈਂ ਊੜਾ ਆੜਾ ਸਿੱਖਿਆ। ਕੀ ਬਾਤ। ਅੱਜ ਵੀ ਮੈਂ ਘਰ 'ਚ ਜਦੋਂ ਸਵੇਰੇ ਉੱਠਦਾ ਤਾਂ ਮੈਂ ਉਸ ਫੋਟੋ ਦੇ ਸਾਹਮਣੇ ਬੈਠ ਕੇ ਜਦੋਂ ਮਾਰਨਿੰਗ ਟੀ ਪੀਣਾ ਜੀ, ਤਾਂ ਮੈਨੂੰ ਲੱਗਦਾ ਮੈਂ ਸਕੂਲ 'ਚ ਪ੍ਰਵੇਸ਼ ਕਰ ਗਿਆ। ਵਾਹ। ਮੇਰੇ ਕੋਲੇ ਉਹੀ ਬਸਤਾ ਹੈ ਜਿਹਦੇ ਵਿੱਚ ਬੋਰੀ ਹੈ, ਫੱਟੀ ਹੈ, ਕਲਮ ਹੈ, ਤੇ ਮੈਂ ਉਸੇ ਤਰੀਕੇ ਨਾਲ ਉਹਨਾਂ ਥਾਵਾਂ ਤੇ ਪਹੁੰਚ ਜਾਣਾ। ਔਰ ਸਵੇਰ ਤੋਂ ਹੀ ਮੈਨੂੰ ਮੇਰੀ ਉਹ ਬਚਪਨ ਵਾਲੀ ਜਿਹੜੀ ਜ਼ਿੰਦਗੀ ਹੈ ਮੈਨੂੰ ਉਸ ਮੇਰੀ ਇਬਾਦਤਗਾਹ 'ਚ ਲੈ ਜਾਂਦੀ ਹੈ। ਸਰ, ਤੁਸੀਂ ਇਬਾਦਤਗਾਹ ਦਾ ਜ਼ਿਕਰ ਕੀਤਾ, ਤੁਸੀਂ ਫੱਟੀ ਦਾ ਜ਼ਿਕਰ ਕੀਤਾ, ਕਲਮ ਦਾ ਜ਼ਿਕਰ ਕੀਤਾ, ਦਬਾਤ ਦਾ ਜ਼ਿਕਰ ਕੀਤਾ। ਮੈਨੂੰ ਵਕਤ ਕਹਿ ਰਿਹਾ ਕਿ ਇੱਕ ਬ੍ਰੇਕ ਲੈ ਲਵਾਂ। ਇਸ ਫੱਟੀ, ਕਲਮ, ਦਬਾਤ, ਉਸ ਇਬਾਦਤਗਾਹ ਦੇ ਵਿੱਚੋਂ ਸਾਹਿਤਕ ਸਫ਼ਰ ਕਿਵੇਂ ਸ਼ੁਰੂ ਹੁੰਦਾ ਡਾਕਟਰ ਜਸਪਾਲ ਸਿੰਘ ਹੋਰਾਂ ਦਾ? ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ।
ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸਾਹਿਤਕ ਤੰਦਾਂ ਔਰ ਤੁਹਾਡੇ ਵਿਹੜੇ ਦੇ ਵਿੱਚ ਪਹੁੰਚ ਚੁੱਕੇ ਹਾਂ ਅਸੀਂ ਲੈ ਕੇ ਡਾਕਟਰ ਜਸਪਾਲ ਸਿੰਘ ਹੋਰਾਂ ਨੂੰ। ਮੁੜ ਤੋਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਮੁੜ ਤੋਂ ਸਵਾਗਤ ਹੈ। ਸ਼ੁਕਰੀਆ ਜੀ। ਬਾਤ ਤੁਹਾਡੀ ਇਬਾਦਤਗਾਹ, ਤੁਹਾਡੇ ਬਚਪਨ ਦੇ ਵਿੱਚ ਅੱਜ ਤਾਂ ਗਾਇਬ ਹੋ ਗਈਆਂ, ਸਾਡੇ ਕੋਲ ਤਾਂ ਪੈਨ ਆ ਗਏ। ਖੈਰ ਮੈਂ ਵੀ ਕਲਮ ਨਾਲ ਲਿਖਿਆ, ਮੈਨੂੰ ਹਾਸਲ ਹੈ ਥੋੜਾ ਜਿਹਾ ਮਾਣ। ਕਲਮ ਫੱਟੀ ਤੇ ਸਲੇਟ ਮੇਰਾ ਹਿੱਸਾ ਰਹੀ ਹੈ। ਥੋੜੇ ਦਿਨ ਪਹਿਲਾਂ ਆਪਾਂ ਮਾਂ ਬੋਲੀ ਦਿਵਸ ਮਨਾ ਕੇ ਹਟੇ ਹਾਂ, ਥੋੜੇ ਦਿਨ ਪਹਿਲਾਂ ਹੀ ਬੜੇ ਰੌਲੇ ਗੋਲੇ, ਬੜੇ ਚਰਚਾਵਾਂ ਹੁੰਦੀਆਂ ਨੇ। ਮੈਨੂੰ ਲੱਗਦਾ ਕਿ ਹਰ ਦਿਨ ਹੀ ਤੁਹਾਡੀ ਮਾਂ ਬੋਲੀ ਦਿਵਸ ਹੁੰਦੀ ਹੈ। ਜਦੋਂ ਕਹਿ ਹੀ ਮਾਂ ਬੋਲੀ ਦਿੱਤਾ ਤਾਂ ਫਿਰ ਉਹਨੂੰ ਕਿਸੇ ਇੱਕ ਦਿਨ 'ਚ ਆਪਾਂ ਕਿਵੇਂ ਸੀਮਤ ਕਰ ਸਕਦੇ ਹਾਂ? ਆਪਾਂ ਆਪਣੀ ਮਾਂ ਨੂੰ ਆਪਣੇ ਆਪ 'ਚੋਂ ਕਿਵੇਂ ਮਨਫੀ ਕਰ ਸਕਦੇ ਹਾਂ, ਚਾਹੇ ਉਹ ਬੋਲੀ ਦੇ ਰੂਪ 'ਚ ਕਿਉਂ ਨਾ ਹੋਵੇ? ਤਾਂ ਮੈਂ ਚਾਹੁੰਦਾ ਕਿ ਡਾਕਟਰ ਜਸਪਾਲ ਹੋਰਾਂ ਦੀ ਦਰਸ਼ਕਾਂ ਦੇ ਨਾਲ ਸਾਂਝ ਸਾਡੀ ਮਾਂ ਬੋਲੀ ਦੀ ਕਿਸੇ ਵੰਨਗੀ ਦੇ ਰੂਪ ਦੇ ਵਿੱਚ ਆਵੇ। ਸ਼ੁਕਰੀਆ ਪ੍ਰਿੰਸ ਜੀ। ਜੇਕਰ ਸਾਹਿਤਕ ਸੱਥ 'ਚ ਬੈਠ ਕੇ ਆਪਣੀ ਮਾਂ ਬੋਲੀ ਦਾ ਜ਼ਿਕਰ ਨਾ ਕੀਤਾ ਜਾਵੇ ਜੀ ਤਾਂ ਬੇਮਾਇਨੇ ਲੱਗਦੇ ਆ। ਬਿਲਕੁਲ। ਤਾਂ ਜੇਕਰ ਅਸੀਂ ਹੱਸਦੇ ਹਾਂ, ਅਸੀਂ ਰੋਂਦੇ ਹਾਂ, ਅਸੀਂ ਗਾਉਂਦੇ ਹਾਂ, ਅਸੀਂ ਜਿਉਂਦੇ ਹਾਂ, ਅਸੀਂ ਮਰਦੇ ਹਾਂ, ਉਹਦੇ ਨਾਲ ਮਾਂ ਬੋਲੀ ਜਿਹੜੀ ਉਹ ਨਾਲ ਨਾਲ ਸਾਡੇ ਮਾਂ ਵਾਂਗੂ ਚੱਲਦੇ ਆ। ਬਿਲਕੁਲ ਚੱਲ। ਯੈਸ। ਸੋ ਮੈਂ ਕੋਸ਼ਿਸ਼ ਕੀਤੀ ਕਿ ਮੈਂ ਮਾਂ ਬੋਲੀ ਨੂੰ ਇਸ ਤਰੀਕੇ ਨਾਲ ਕਲਮਬੰਦ ਕਰਾਂ। ਔਰ ਜੇਕਰ ਤੁਸੀਂ ਇਸ ਮੇਰੀ ਪੂਰੀ ਨਜ਼ਮ ਨੂੰ ਸੁਣੋਗੇ ਜੀ ਤਾਂ ਇਹਦੇ ਵਿੱਚ ਜਿਉਣ ਤੋਂ ਲੈ ਕੇ ਤੇ ਮਰਨ ਤੱਕ ਦਾ ਮਾਂ ਬੋਲੀ ਦਾ ਇੱਕ ਸਫ਼ਰ ਹੈ। ਕਿਉਂਕਿ ਸਾਡੀ ਤਾਂ ਰੀਤ ਹੀ ਹੈ ਪੰਜਾਬ ਦੀ। ਜਨਮ ਤੋਂ ਲੈ ਕੇ ਸੰਗੀਤ ਔਰ ਬੋਲੀ ਸਾਡੇ ਕੰਨਾਂ 'ਚ ਪੈਂਦੀ ਹੈ ਔਰ ਮਰਨ ਵੇਲੇ ਵੈਨ ਸਾਡੇ ਕੰਨਾਂ ਦੇ ਹਿੱਸੇ ਬਣਦੇ ਨੇ। ਬਿਲਕੁਲ। ਮੈਨੂੰ ਲੱਗਦਾ ਨਹੀਂ ਕਿ ਕਿਸੇ ਵੀ ਸਾਹਿਤਕਾਰ ਦਾ ਜਿਹੜਾ ਸਫ਼ਰ ਹੈ ਉਹ ਇਸ ਮਾਂ ਬੋਲੀ ਦੇ ਪਹਿਲੇ ਪੰਨੇ ਤੋਂ ਸ਼ੁਰੂ ਨਾ ਹੋਵੇ। ਜੀ। ਸੋ ਮੈਂ ਆਪਣੇ ਦਰਸ਼ਕਾਂ ਦੀ ਇੱਕ ਨਜ਼ਰ ਕਰ ਰਿਹਾ ਮਾਂ ਬੋਲੀ ਤੇ ਮੈਂ ਇੱਕ ਨਜ਼ਮ ਲਿਖੀ ਸੀਗੀ ਕਿ ਉਸ ਦੇ ਵਿੱਚ ਇਹੀ ਜ਼ਿਕਰ ਹੈ। ਪਹਿਲਾਂ ਮੈਂ ਮਾਫੀ ਚਾਹਾਂਗਾ ਕਿਉਂਕਿ ਮੈਂ ਕੋਈ ਪ੍ਰੋਫੈਸ਼ਨਲ ਜਿਹੜਾ ਆਰਟਿਸਟ ਨਹੀਂ ਹੈ। ਸੋ ਮੈਂ ਪ੍ਰਿੰਸ ਜੀ ਤੁਹਾਡੀ ਫਰਾਕ ਦਿਲੀ ਦਾ ਕਦਰਦਾਨ ਹੈ ਕਿ ਤੁਸੀਂ ਮੈਨੂੰ ਇਜਾਜ਼ਤ ਦਿੱਤੀ ਹੈ ਕਿ ਮੈਂ ਇਸ ਦੀ ਇਜਾਜ਼ਤ ਦੇ ਨਾਲ ਨਹੀਂ ਇਜਾਜ਼ਤ ਨਹੀਂ ਸਰ, ਇਹ ਤੁਹਾਡਾ ਸਰਮਾਇਆ ਔਰ ਤੁਸੀਂ ਇਸ ਨੂੰ ਜਿਵੇਂ ਮਰਜ਼ੀ ਮਤਲਬ ਚਾਹੇ ਦੇਖ ਕੇ ਪੜੋ ਤੇ ਚਾਹੇ ਪੜ੍ਹ ਕੇ ਦੇਖੋ। ਸ਼ੁਕਰੀਆ ਜੀ। ਸੋ ਪੇਸ਼ ਹੈ ਕਿ ਜਿਸ ਦੇ ਤੋਤਲਿਆਂ ਬੋਲਾਂ ਵਿੱਚ ਮਾਂ ਕਹਿਣਾ ਸਿੱਖਿਆ ਏ। ਜਿਸ ਦੇ ਤੋਤਲਿਆਂ ਬੋਲਾਂ ਵਿੱਚ ਮਾਂ ਕਹਿਣਾ ਸਿੱਖਿਆ ਏ, ਬਾਪੂ ਦਾ ਹੱਥ ਫੜ ਫੜ ਊੜਾ ਆੜਾ ਲਿਖਿਆ ਏ। ਜਿਸ ਦੀ 35 ਨੇ ਮਿਸ਼ਰੀ ਮੇਰੀ ਰਗ ਰਗ ਘੋਲੀ ਏ। ਹਾਏ, ਜਿਸ ਦੀ 35 ਨੇ ਮਿਸ਼ਰੀ ਮੇਰੇ ਰਗ ਰਗ ਘੋਲੀ ਏ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ। ਹਾਏ ਕੀ ਬੋਲ, ਕੀ ਬਾਤ ਹੈ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ, ਮੇਰੀ ਮਾਂ ਦੀ ਬੋਲੀ ਏ। ਖੂਬਸੂਰਤ। ਜਿਸ ਬੋਲੀ ਵਿੱਚ ਮੈਂ ਪਹਿਲੀ ਕਿਲਕਾਰੀ ਮਾਰੀ ਏ, ਜਿਸ ਦੀ ਗੋਦ 'ਚ ਬਹਿ ਬਹਿ ਤੱਕੀ ਖਲਕਤ ਸਾਰੀ ਏ। ਵਾਹ ਵਾਹ। ਜਿਸ ਵਿੱਚ ਬਚਪਨ ਤੇ ਜੋਬਨ ਨੇ ਭਰੀ ਉਡਾਰੀ ਏ, ਜਿਸ ਵਿੱਚ ਤੀਜੀ ਅੱਖ ਚੇਤਨਾ ਦੀ ਮੈਂ ਖੋਲੀ ਏ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਬੋਲੀ। ਵਾਹ। ਜਿਸ ਬੋਲੀ ਵਿੱਚ ਭੈਣ ਵੀਰੇ ਦੀ ਘੋੜੀ ਗਾਉਂਦੀ ਏ। ਹਾਂ। ਜਿਸ ਵਿੱਚ ਗੀਤ ਸੁਹਾਗ ਦੇ ਸੁਣ ਧੀ ਚੂੜਾ ਪਾਉਂਦੀ ਏ। ਕੀ ਬਾਤ। ਜਿਸ ਵਿੱਚ ਬੰਨਾ ਵਾਰ ਮਾਂ ਪਾਣੀ ਮੂੰਹ ਨੂੰ ਲਾਉਂਦੀ ਏ। ਵਾਹ। ਜਿਸ ਬੋਲੀ ਵਿੱਚ ਰੋ ਰੋ ਮਾਪੇ ਤੋਰ ਦੇ ਡੋਲੀ ਏ। ਵਾਹ ਕੀ ਬਾਤ ਹੈ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ। ਵਾਹ। ਜਿਸ ਬੋਲੀ ਵਿੱਚ ਹੁਸਨ ਹੁੰਗਾਰਾ ਇਸ਼ਕ ਨੂੰ ਭਰਦਾ ਏ। ਹਾਏ ਹਾਏ। ਜਿਸ ਬੋਲੀ ਵਿੱਚ ਹੁਸਨ ਹੰਗਾਰਾ ਇਸ਼ਕ ਨੂੰ ਭਰਦਾ ਏ। ਜਿਸ ਬੋਲੀ ਵਿੱਚ 7 ਜਨਮਾਂ ਦੇ ਵਾਅਦੇ ਕਰਦਾ ਏ। ਕੀ ਬਾਤ ਹੈ। ਜਿਸ ਵਿੱਚ ਕਰ ਕਰ ਚੇਤੇ ਅੱਗ ਹਿਜਰਾਂ ਦੀ ਸੜਦਾ ਏ। ਵਾਹ। ਜਿਸ ਵਿੱਚ ਜੰਦ ਪਈ ਕੂਕੇ ਕਿ ਮੈਂ ਯਾਰ ਦੀ ਗੋਲੀ ਏ। ਹਾਏ ਹਾਏ ਕੀ ਬਾਤ ਹੈ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ ਏ। ਜਿਸ ਬੋਲੀ ਵਿੱਚ ਨਿਤ ਭਲਾ ਸਰਬਤ ਦਾ ਮੰਗਦਾ ਏ। ਵਾਹ। ਜਿਸ ਬੋਲੀ ਵਿੱਚ ਨਿਤ ਭਲਾ ਸਰਬਤ ਦਾ ਮੰਗਿਆ ਏ। ਜਿਸ ਬੋਲੀ ਵਿੱਚ ਚੋਲਾ ਰੰਗ ਬਸੰਤੀ ਰੰਗਿਆ ਏ। ਜਿਸ ਬੋਲੀ ਵਿੱਚ ਛੱਡ ਜਕਾਰਾ ਵੈਰੀ ਟੰਗਿਆ ਏ। ਜਿਸ ਵਿੱਚ ਭਾਜੀ 21 31 ਕਰਕੇ ਤੋਲੀ ਏ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ ਏ। ਜਿਸ ਬੋਲੀ ਵਿੱਚ ਬਾਬਾ ਬਾਬਰ ਨੂੰ ਲਲਕਾਰਦਾ। ਵਾਹ ਕੀ ਬਾਤ ਹੈ। ਜਿਸ ਬੋਲੀ ਵਿੱਚ ਬਾਬਾ ਬਾਬਰ ਨੂੰ ਲਲਕਾਰਦਾ। ਜਿਸ ਬੋਲੀ ਵਿੱਚ ਸ਼ੇਖ ਫਰੀਦ ਸ਼ਲੋਕ ਉਚਾਰਦਾ। ਜਿਸ ਬੋਲੀ ਵਿੱਚ ਬੁੱਲਾ ਹਾਕ ਸਾਈਂ ਨੂੰ ਮਾਰਦਾ। ਜਿਸ ਵਿੱਚ ਕਹਿ ਸਤਗੁਰ ਸੱਚੀ ਤਕੜੀ ਤੋਲੀ ਏ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ ਏ। ਵਾਹ। ਜਿਸ ਬੋਲੀ ਨੂੰ ਭੁੱਲ ਕੇ ਜੜ ਬੰਦੇ ਦੀ ਸੁੱਕ ਜਾਂਦੀ ਹੈ। ਕੀ ਬਾਤ ਹੈ। ਜਿਸ ਬੋਲੀ ਨੂੰ ਭੁੱਲ ਕੇ ਜੜ ਬੰਦੇ ਦੀ ਸੁੱਕ ਜਾਂਦੀ, ਪਿੰਡ ਦੀ ਮਿੱਟੀ ਨਾਲੋਂ ਰੂਹ ਦੀ ਸਾਂਝ ਵੀ ਮੁੱਕ ਜਾਂਦੀ। ਮਾਂ ਦੇ ਦੁੱਧ ਨੂੰ ਦਾਗ ਲਾਇਆ ਏ ਤੋਮਤ ਟੁੱਕ ਜਾਂਦੀ ਏ। ਜੱਗ ਛੱਜ ਪਾਪਾ ਛੱਟਦਾ ਕਿ ਪਤ ਮਾਂ ਦੀ ਰੋਲੀ ਏ। ਮੈਨੂੰ ਫਖਰ ਪੰਜਾਬੀ ਬੋਲਾਂ,
ਇਹ ਮੇਰੀ ਮਾਂ ਦੀ ਬੋਲੀ ਏ। ਜਿਸ ਬੋਲੀ ਨੂੰ ਚਾਤਰਕ ਮਾਖਿਓ ਮਿੱਠੀ ਕਹਿੰਦਾ ਹੈ। ਹਾਂ, ਕੀ ਬਾਤ ਹੈ। ਹਾਂ, ਜਿਸ ਬੋਲੀ ਨੂੰ ਚਾਤਰਕ ਮਾਖਿਓ ਮਿੱਠੀ ਕਹਿੰਦਾ ਏ, ਜਿਸ ਬੋਲੀ ਨੂੰ ਸ਼ਰਫ ਪੰਜਾਬ ਦੀ ਮਿੱਟੀ ਕਹਿੰਦਾ ਏ, ਜਿਸ ਬੋਲੀ ਨੂੰ ਸਜਦਾ ਚੜਦਾ ਲਹਿੰਦਾ ਕਹਿੰਦਾ ਏ, ਜਿਸ ਵਿੱਚ ਬੂੰਦ ਅੰਮ੍ਰਿਤ ਦੀ ਪੰਜ ਆਬਾਂ ਨੇ ਘੋਲੀ ਏ। ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ। ਔਰ ਲਾਸਟ ਹੈ ਕਿ ਜਿਸ ਵਿੱਚ ਬੋਲ ਵਾਹਿਗੁਰੂ ਆਖਰੀ ਹਿਚਕੀ ਭਰਦਾ ਏ। ਵਾਹ, ਬਿਲਕੁਲ ਬਿਲਕੁਲ। ਆਖਰ ਜਦੋਂ ਬੰਦਾ ਬੈੱਡ ਤੇ ਪਿਆ ਤਾਂ ਫਿਰ ਉਹ ਮਾਂ ਬੋਲੀ ਜਿਹੜੀ ਹੈ ਉਹਦਾ ਇੱਕ ਮੁਕਤੀ ਦਾ ਬਹੁਤ ਵੱਡਾ ਜਿਹੜਾ ਹੈ ਸਹਾਰਾ ਬਣਦੀ ਹੈ। ਜਿਸ ਵਿੱਚ ਬੋਲ ਵਾਹਿਗੁਰੂ ਆਖਰੀ ਹਿਚਕੀ ਭਰਦਾ ਏ, ਜਿਸ ਬੋਲੀ ਵਿੱਚ ਅੰਤ ਸਿਵਾ ਬੰਦੇ ਦਾ ਠਰਦਾ ਏ, ਜਿਸ ਬੋਲੀ ਵਿੱਚ ਰਸਮ ਭੋਗ ਦੀ ਭਾਈ ਜੀ ਕਰਦਾ ਏ, ਜਿਸ ਵਿੱਚ ਕਰ ਅਰਦਾਸ ਰਾਖ ਫੁੱਲਾਂ ਦੀ ਡੋਲੀ ਏ। ਵਾਹ, ਮੈਨੂੰ ਫਖਰ ਪੰਜਾਬੀ ਬੋਲਾਂ, ਇਹ ਮੇਰੀ ਮਾਂ ਦੀ ਬੋਲੀ ਏ, ਇਹ ਮੇਰੀ ਮਾਂ ਦੀ ਬੋਲੀ ਏ। ਕੀ ਬਾਤ ਹੈ। ਮੈਂ ਡਾਕਟਰ ਸਾਹਿਬ, ਖੂਬਸੂਰਤ ਸ਼ਬਦ ਛੋਟਾ ਰਹਿ ਗਿਆ। ਤੁਸੀਂ ਉਹ ਬਿਰਤਾਂਤ ਸਿਰਜਿਆ ਸਾਡੇ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਜੀ ਜੀ, ਜਨਮ ਤੋਂ ਸੰਸਾਰ ਤੋਂ ਰੁਖਸਤ ਹੋ ਜਾਣ ਦੇ ਪ੍ਰਕਿਰਿਆ ਦੇ ਵਿੱਚ ਸਾਡੀ ਬੋਲੀ ਦਾ ਕੀ ਹੱਥ ਹੈ। ਬਹੁਤ ਖੂਬਸੂਰਤ ਨਜ਼ਮ, ਬਹੁਤ ਖੂਬਸੂਰਤ ਕਲਾਮ, ਬਹੁਤ ਖੂਬਸੂਰਤ ਰਚਨਾ। ਔਰ ਮੈਂ ਦਰਸ਼ਕਾਂ ਨੂੰ ਚਾਹਾਂਗਾ ਕਿ ਇਹ ਰਚਨਾਵਾਂ ਤੁਸੀਂ ਰਿਕਾਰਡ ਕਰਕੇ ਰੱਖ ਲਿਆ ਕਰੋ। ਇਹ ਰਚਨਾਵਾਂ, ਇਹ ਸਾਹਿਤਕ ਤੰਦਾਂ ਦਾ ਸਫ਼ਰ ਮੈਂ ਬਾਰ-ਬਾਰ ਜ਼ਿਕਰ ਕਰਦਾ, ਇਹ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁਰੂ ਕੀਤਾ, ਅਸੀਂ ਆਪਣੇ ਬੱਚਿਆਂ ਲਈ ਸ਼ੁਰੂ ਕੀਤਾ। ਉਹ ਜਿਹੜਾ ਢੋਲ ਢਮੱਕਾ, ਹਥਿਆਰ, ਰੌਲਾ ਗੋਲਾ, ਗੱਡੀਆਂ ਦੇ ਗਾਣੇ ਚੱਲ ਰਹੇ ਆ, ਉਹਨਾਂ ਤੋਂ ਦੂਰ ਕਿਤੇ ਸਕੂਨ ਦੀ ਜਦੋਂ ਗੱਲ ਹੋਏਗੀ ਤਾਂ ਆਹ ਮਾਂ ਬੋਲੀ ਦੀ ਗੱਲ ਆਏਗੀ, ਪੰਜਾਬੀ ਬੋਲਣ ਦੀ ਗੱਲ ਆਏਗੀ। ਡਾਕਟਰ ਸਾਹਿਬ, ਕਿਵੇਂ ਜੇ ਦੇਖਦੇ ਹੋ? ਆਹ ਚਲੋ ਵਿੱਚ ਜ਼ਿਕਰ ਆ ਗਿਆ, ਹੁਣ ਮਾਂ ਬੋਲੀ ਦਾ ਜ਼ਿਕਰ ਆਇਆ, ਢੋਲ ਢਮੱਕਿਆਂ ਦਾ ਜ਼ਿਕਰ ਆ ਗਿਆ, ਵਿੱਚ ਬੰਦੂਕਾਂ ਹਥਿਆਰਾਂ ਦੇ ਗਾਣਿਆਂ ਦੀ ਗੱਲ ਆ ਗਈ। ਬਤੌਰ ਸਾਹਿਤਕਾਰ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਹਾਲਾਂਕਿ ਸਾਰੇ ਕਹਿੰਦੇ ਨੇ ਕਿ ਵਕਤ ਦੇ ਨਾਲ ਇਹ ਸਾਰੀਆਂ ਚੀਜ਼ਾਂ ਆਉਣੀਆਂ ਹੀ ਹੁੰਦੀਆਂ ਨੇ, ਵੀ ਜਿੱਦਾਂ ਦਾ ਜ਼ਮਾਨਾ ਚੱਲਦਾ ਤੇ ਉੱਦਾਂ ਦੀ ਹੀ ਗਾਇਕੀ ਜਾਂ ਉੱਦਾਂ ਦੀ ਹੀ ਪੇਸ਼ਕਾਰੀ ਹੁੰਦੀ ਹੈ। ਤੁਹਾਡਾ ਕੀ ਮੰਨਣਾ ਹੈ ਸਾਰੇ ਵਰਤਾਰੇ ਬਾਰੇ? ਪ੍ਰਿੰਸ ਜੀ, ਮੈਂ ਤੁਹਾਡੇ ਨਾਲ ਇੱਕ ਗੱਲ ਬੜੀ ਸਾਂਝੀ ਕਰਨ ਦੇ ਵਿੱਚ ਇੱਕ ਆਪਣੇ ਆਪ ਨੂੰ ਫਖਰ ਮਹਿਸੂਸ ਕਰਦਾ ਕਿ ਅੱਜ ਤੋਂ ਕੋਈ ਲਗਭਗ 9 ਸਾਲ ਪਹਿਲਾਂ ਜੀ ਮੇਰੀ ਪਾਤਰ ਸਾਹਿਬ ਨਾਲ ਮੁਲਾਕਾਤ ਹੋਈ ਜੀ। ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਫੰਕਸ਼ਨ ਸੀ, ਉਹ ਉਸ ਨੂੰ ਪ੍ਰੈਜ਼ਾਈਡ ਓਵਰ ਕਰ ਰਹੇ ਸੀ ਜੀ। ਫੰਕਸ਼ਨ ਖਤਮ ਹੋਇਆ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਵੀ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਣਾ ਜੀ। ਕਹਿੰਦੇ ਦੱਸੋ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਪਾਤਰ ਸਾਹਿਬ, ਪੰਜਾਬ ਦੇ ਵਿੱਚ ਇੱਕ ਕਾਲਾ ਦੌਰ ਆਇਆ ਸੀ ਜਿਹਨੂੰ ਅੱਤਵਾਦ ਦਾ ਦੌਰ ਕਹਿੰਦੇ ਨੇ 80s ਦੇ ਵਿੱਚ ਜੀ, ਤੇ ਉਸ ਦੌਰ ਦੀ ਭੇਟ ਸਾਡੇ ਪੰਜਾਬ ਦੇ ਲਗਭਗ 40-42 ਹਜ਼ਾਰ ਜਿਹੜੇ ਨੌਜਵਾਨ ਸੀ, ਜਿਹੜੇ ਖਾਸ ਤਬਕੇ ਤੇ ਖਾਸ ਏਰੀਏ ਨਾਲ ਸੰਬੰਧ ਰੱਖਦੇ ਸੀ, ਬਿਲਕੁਲ ਉਸ ਦੀ ਭੇਟ ਚੜ ਗਏ ਸੀ ਜੀ। ਪਰ ਅੱਜ ਇੱਕ ਅਜਿਹਾ ਦੌਰ ਹੈ ਕਿ ਜਦੋਂ ਇਸ ਲੈਕਚਰ ਗਾਇਕੀ ਨੇ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਇਰਰਿਸਪੈਕਟਿਵ ਪਿੰਡ ਹੈ ਚਾਹੇ ਸ਼ਹਿਰ ਹੈ ਜੀ, ਬਿਲਕੁਲ, ਉਹਨਾਂ ਦੀ ਸੋਚ ਨੂੰ ਜਿਹੜਾ ਹੈ ਉਹ ਪਲੀਤ ਕਰ ਰਹੇ ਹਨ। ਸੋਚ ਦੇ ਵਿੱਚੋਂ ਚੰਗੀ ਜਿਹੜੀ ਇੱਕ ਸਾਹਿਤਕ ਸੋਚ ਵਾਲਾ ਇੱਕ ਮਾਦਾ ਹੈ, ਉਹਦੇ ਵਿੱਚ ਜ਼ਹਿਰ ਘੋਲਿਆ ਜਾ ਰਿਹਾ ਤੇ ਡੇਲੀ ਵੱਡੀ ਗਿਣਤੀ ਦੇ ਵਿੱਚ ਉਸ ਜ਼ਹਿਰ ਦੇ ਨਾਲ ਜਿਹੜੇ ਨੇ ਹੌਲੀ ਮਰ ਰਹੇ ਨੇ। ਇਹਦੇ ਬਾਰੇ ਕੁਛ ਨਾ ਕੁਛ ਕੀਤਾ ਜਾਵੇ। ਹਥਿਆਰਾਂ ਦੀ ਗੱਲ ਹੁੰਦੀ ਹੈ, ਬੰਦੂਕਾਂ ਦੀ ਗੱਲ ਹੁੰਦੀ ਹੈ, ਔਰ ਕਾਰਾਂ ਦੀ ਗੱਲ ਹੁੰਦੀ ਹੈ। ਮਤਲਬ ਗੀਤ ਤਾਂ ਇੱਕ ਜਜ਼ਬਾ ਹੈ, ਗੀਤ ਤਾਂ ਇੱਕ ਰਿਸ਼ਤਾ ਹੈ, ਗੀਤ ਤਾਂ ਇੱਕ ਮੁਹੱਬਤ ਦੀ ਜਿਹੜੀ ਹੈ ਇੱਕ ਬਹੁਤ ਵੱਡਾ ਸੰਦੇਸ਼ ਹੈ। ਇਹਨਾਂ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮੁਕਾਮ ਨਹੀਂ ਹੈ, ਕੋਈ ਸਥਾਨ ਨਹੀਂ ਹੈ ਜੀ ਜੀ। ਤਾਂ ਫਿਰ ਮੈਨੂੰ ਉਹਨਾਂ ਨੇ ਕਿਹਾ ਕਿ ਜਸਪਾਲ, ਤੁਸੀਂ ਕੀ ਕਰ ਸਕਦੇ ਹੋ? ਮੈਂ ਕਿਹਾ ਜੀ ਮੈਂ ਤਾਂ ਪ੍ਰਚਾਰ ਕਰ ਸਕਦਾ ਵੀ ਜੇਕਰ ਇਹ ਚੰਗੀਆਂ ਚੀਜ਼ਾਂ ਨੇ ਤਾਂ ਸੁਣਨਾ ਚਾਹੀਦਾ ਹੈ। ਤਾਂ ਫਿਰ ਉਹਨਾਂ ਨੇ ਕਿਹਾ ਨਹੀਂ, ਤੁਸੀਂ ਵੀ ਕੁਛ ਨਾ ਕੁਛ ਲਿਖੋ। ਤਾਂ ਫਿਰ ਮੈਨੂੰ ਮਹਿਸੂਸ ਹੋਇਆ ਵੀ ਚਲੋ, ਉਹਨਾਂ ਨੇ ਮੇਰੇ ਮੋਢੇ ਤੇ ਹੱਥ ਧਰਿਆ। ਅੱਜ ਮੈਂ ਪਾਤਰ ਸਾਹਿਬ ਦਾ ਸ਼ੁਕਰਗੁਜ਼ਾਰ ਹਾਂ ਵੀ ਜੇ ਅੱਜ ਮੈਂ ਇੱਥੇ ਬੈਠਾ, ਉਹਨਾਂ ਦਾ ਇੱਕ ਆਸ਼ੀਰਵਾਦ ਸੀਗਾ, ਜਿਹੜੀ ਕਿ ਮੇਰੀ ਜਗਿਆਸਾ ਨੂੰ ਉਹਨਾਂ ਨੇ ਸੰਤੁਸ਼ਟ ਕਰਨਾ, ਜ਼ਿੰਮੇਵਾਰੀ ਤੈਅ ਕਰਤੀ ਕਿ ਕਿਸੇ ਦੂਸਰੇ ਤੇ ਨਾ ਸਿੱਟੀਏ, ਸਾਨੂੰ ਆਪ ਕੁਝ ਕਰਨਾ ਪਏਗਾ ਤਾਂ ਕਿ ਅਸੀਂ ਬਦਲਾਅ ਦੀ ਪ੍ਰਕਿਰਿਆ ਵੱਲ ਵਧੀਏ। ਬਿਲਕੁਲ ਇਸੇ ਲੜੀ ਦੇ ਵਿੱਚ ਜੇ ਤੁਹਾਡੀ ਇੱਕ ਮੈਨੂੰ ਆਗਿਆ ਹੋਵੇ ਤਾਂ ਜੋ ਇਸ ਅੱਜ ਕਲਚਰ ਦੇ ਵਿੱਚ ਖਾਸ ਤਬਕਾ ਹੈ ਜਿਹੜਾ ਡੋਮੀਨੇਟ ਹੈ, ਉਹੀ ਜਿਹੜਾ ਤਬਕਾ ਹੈ ਉਹ ਇਹਨਾਂ ਗੀਤਾਂ ਦੇ ਵਿੱਚ ਕਹਿਣਾ ਕੁਝ ਹੋਰ ਚਾਹੁੰਦਾ ਲੇਕਿਨ ਹੋ ਕੁਝ ਹੋ ਰਿਹਾ ਹੈ। ਆਪਾਂ ਉਸ ਨੂੰ ਰਿਪਰੈਜ਼ੈਂਟ ਕਰਾਂਗੇ, ਪਰ ਬ੍ਰੇਕ ਤੋਂ ਬਾਅਦ ਕਰਦੇ ਹਾਂ। ਇਸੇ ਦੇ ਉੱਤੇ ਗੱਲ ਕਰਾਂਗੇ, ਬਕਾਇਦਾ ਗੱਲ ਕਰਨੀ ਬਣਦੀ ਹੈ। ਪਰ ਦਰਸ਼ਕੋ, ਖੂਬਸੂਰਤ ਗੱਲਬਾਤ ਚੱਲ ਰਹੀ ਹੈ, ਪਰ ਵਕਤ ਦੀ ਵਿੱਚੋਂ ਪਾਬੰਦੀ ਦੇ ਵਿੱਚ ਰਹਿ ਕੇ ਹੀ ਸਾਨੂੰ ਚੀਜ਼ਾਂ ਨੂੰ ਅੱਗੇ ਵਧਾਉਣਾ ਪਏਗਾ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਸਾਹਿਤਕ ਤੰਦਾਂ ਦਾ ਸਫ਼ਰ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਸਾਹਿਤਕ ਤੰਦਾਂ, ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਜਸਪਾਲ ਸਿੰਘ ਜੀ। ਬ੍ਰੇਕ ਤੋਂ ਪਹਿਲਾਂ ਅਸੀਂ ਬਾਤ ਪਾ ਰਹੇ ਸੀ ਸੱਭਿਆਚਾਰਕ ਵਿਗਾੜ ਦੀ, ਉਹ ਪੋਲਿਊਸ਼ਨ ਜਿਸ ਨੇ ਨੌਜਵਾਨਾਂ ਦੇ ਅੰਦਰ ਇੱਕ ਜ਼ਹਿਰ ਭਰਨਾ ਸ਼ੁਰੂ ਕੀਤਾ। ਜ਼ਹਿਰ ਦੇ ਨਾਲ ਨਾ ਉਹ
ਹੌਲੀ ਹੌਲੀ ਖੁਦਕੁਸ਼ੀ ਵੱਲ ਵਧ ਰਹੇ ਨੇ ਉਸ ਸੱਭਿਆਚਾਰਕ ਪ੍ਰਦੂਸ਼ਣ ਕਰਕੇ। ਡਾਕਟਰ ਸਾਹਿਬ, ਤੁਸੀਂ ਇੱਕ ਨਜ਼ਮ ਜਿਹੜੀ ਉਹ ਜੋ ਅੱਜ ਦੇ ਵਰਤਾਰਿਆਂ 'ਚ ਦੇ ਤੁਸੀਂ ਦੇਖਦੇ ਹੋ, ਉਸ ਨਜ਼ਮ ਦੀ ਸਾਂਝ ਪਾਈਏ। ਬਹੁਤ ਜ਼ਰੂਰੀ ਹੈ ਇਹ ਗੱਲ ਦਰਸ਼ਕਾਂ ਔਰ ਲੋਕਾਂ ਤੱਕ ਔਰ ਨੌਜਵਾਨਾਂ ਤੱਕ ਪਹੁੰਚਣੀ। ਹਾਂ ਬਿਲਕੁਲ ਪ੍ਰਿੰਸ ਜੀ, ਮੈਂ ਮਹਿਸੂਸ ਕਰਦਾ ਕਿ ਅੱਜ ਕੱਲ੍ਹ ਜੋ ਦੇਖੋ ਸੰਗੀਤ ਦੇ ਬਿਨਾ, ਗੀਤਾਂ ਦੇ ਬਿਨਾ ਪੰਜਾਬੀ ਜ਼ਿੰਦਗੀ ਜਿਹੜੀ ਹੈ ਅਧੂਰੀ ਹੈ ਜੀ। ਔਰ ਜੇਕਰ ਇਹ ਗੀਤ ਇਸ ਤਰ੍ਹਾਂ ਦੇ ਹੋਣਗੇ ਜਿਸ ਦੇ ਨਾਲ ਸਾਡਾ ਨੌਜਵਾਨ ਤਬਕਾ ਜਾਂ ਜਿਹੜੀ ਸਾਡੀ ਸੱਭਿਆਚਾਰਕ ਜਿਹੜੀ ਸਾਂਝ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੋਈ ਕਮਜ਼ੋਰ ਕੜੀ ਜੁੜਦੀ ਹੈ ਜੀ, ਤਾਂ ਉਹਦੇ ਉੱਪਰ ਸਵਾਲ ਉਠਾਉਣਾ ਸਮੇਂ ਦੀ ਮੰਗ ਹੈ ਜੀ, ਤੇ ਸਾਹਿਤਕਾਰਾਂ ਦਾ ਫਰਜ਼ ਬਣਦਾ। ਤੇ ਮੈਨੂੰ ਇਹ ਮਹਿਸੂਸ ਹੁੰਦਾ ਵੀ ਗੀਤਾਂ ਦੇ ਵਿੱਚ ਖਾਸ ਕਿਸਮ ਦਾ ਇੱਕ ਜਿਹੜਾ ਹੈ, ਇੱਕ ਇਮੇਜ ਜਿਹੜਾ ਹੈ ਸਾਡੀ ਕਿਸਾਨੀ ਦਾ, ਸਾਡੇ ਖਾਸ ਕਰਕੇ ਉਹ ਕਿਸਾਨ ਜਿਹਨੂੰ ਅਸੀਂ ਜੱਟ ਭਾਈਚਾਰੇ ਦਾ ਜਿਹੜਾ ਸਾਡਾ ਇੱਕ ਜਿਹੜਾ ਨੁਮਾਇੰਦਾ ਹੈ ਪੰਜਾਬ ਦਾ, ਮੇਨ ਕਿਰਦਾਰ ਹੈ, ਉਹਦੇ ਨਾਲ ਅਸੀਂ ਉਹਦੇ ਅਸਲੀ ਕਿਰਦਾਰ ਦੇ ਨਾਲ ਕਿਤੇ ਨਾ ਕਿਤੇ ਇਸ ਮੰਡੀਕਰਨ ਦੇ ਦੌਰ ਦੇ ਵਿੱਚ ਅਸੀਂ ਬੇਇਨਸਾਫੀ ਕਰ ਰਹੇ ਹਾਂ। ਸੋ ਮੈਨੂੰ ਇਹ ਲੱਗਾ, ਮੈਂ ਇੱਕ ਇਸੇ ਤੇ ਆਪਣੀ ਕੁਝ ਇੱਕ ਨਜ਼ਮ ਲਿਖੀ ਕਿ ਓਏ ਜੱਟਾ ਸਰਦਾਰਾ, ਓਏ ਜੱਟਾ ਸਰਦਾਰਾ ਤੇਰੀ ਅਕਲ ਨੂੰ ਲੱਗਾ ਤਾਲਾ, ਹਾੜਾ ਜਾਗ ਭੋਲਿਆ ਓਏ, ਹਾੜਾ ਜਾਗ ਭੋਲਿਆ ਓਏ, ਓਏ ਜੱਟਾ ਸਰਦਾਰਾ ਤੇਰੀ ਅਕਲ ਨੂੰ ਲੱਗਾ ਤਾਲਾ, ਹਾੜਾ ਜਾਗ ਭੋਲਿਆ ਓਏ, ਗੱਪ ਗਪੌੜੀ ਗੀਤਕਾਰਾਂ ਨੇ ਗਾ ਝੂਠੇ ਸੋਲੇ ਤੇਰਾ ਅਕਸਰ ਰੋਲਿਆ ਓਏ। ਓਏ ਜੱਟਾ ਸਰਦਾਰਾ ਤੇਰੀ ਅਕਲ ਨੂੰ ਲੱਗਾ ਤਾਲਾ, ਹਾੜਾ ਜਾਗ ਭੋਲਿਆ ਓਏ। ਜੇ ਤੂੰ ਜੱਟ ਜੰਗੀਰਾਂ ਵਾਲਾ, ਚੰਗੇ ਲੇਖ ਤਕਦੀਰਾਂ ਵਾਲਾ, ਮਿੱਟੀ ਦੇ ਵਿੱਚ ਹੋ ਮਿੱਟੀ, ਫਿਰ ਕਿਉਂ ਭੁੱਖਾ ਮਰਦਾ ਏ? ਸਵਾਲ ਆਰਥਿਕਤਾ ਜਿਹੜੀ, ਬਿਲਕੁਲ, ਫਿਰ ਕਿਉਂ ਭੁੱਖਾ ਮਰਦਾ ਏ? ਧੀ ਦੀ ਡੋਲੀ ਤੋਰਨ ਦੇ ਲਈ ਨਵਾਂ ਟਰੈਕਟਰ ਲਾ ਬੋਲੀ ਤੇ ਨਿੰਮੋ ਝੋਣਾ ਹੋ ਮਿੱਤਰਾ ਕਿਉਂ ਮੰਡੀ ਵਿੱਚ ਖੜਦਾ ਏ? ਯੈਸ। ਰੋਮ ਰੋਮ ਤੇਰਾ ਕਰਜ਼ ਚ ਡੁੱਬਾ, ਪਰ ਜੋਬਨ ਵਿੱਚ ਹੋ ਗਿਆ ਕੁੱਬਾ, ਖਾਸ ਅਲਫਾਜ਼ ਤੇ ਲੈ ਫਾਹੇ ਕਿਉਂ ਖੁਦਕੁਸ਼ੀਆਂ ਕਰਦਾ ਏ? ਸ਼ਾਹ ਦੀਆਂ ਵਹੀਆਂ ਬੈਂਕ ਖਾਤਿਆਂ ਤੇਰੀ ਹੋਣੀ ਵਾਲੇ ਸੱਚ ਦਾ ਭੇਤ ਖੋਲਿਆ ਓਏ। ਵਾਹ। ਓਏ ਜੱਟਾ ਸਰਦਾਰਾ ਤੇਰੀ ਅਕਲ ਨੂੰ ਲੱਗਾ ਤਾਲਾ, ਹਾੜਾ ਜਾਗ ਭੋਲਿਆ ਏ। ਵੈਲੀ ਤੇਰੇ ਪੁੱਤ ਬਣਾਤੇ ਗੀਤਕਾਰਾਂ ਨੇ। ਮੈਂ ਇਹਨਾਂ ਗੀਤਕਾਰਾਂ ਨੂੰ ਬਿਲਕੁਲ ਬੇਨਤੀ ਕਰਦਾ ਕਿ ਪਲੀਜ਼ ਨਾ, ਜਿਗਰ ਦੇ ਟੁਕੜੇ ਨੇ, ਇਹਨਾਂ ਨੂੰ ਕੁਰਾਹੇ ਨਾ ਪਾਓ ਆਪਣੀਆਂ ਤੰਗ ਸੋਚਾਂ ਕਰਕੇ। ਵੈਲੀ ਤੇਰੇ ਪੁੱਤ ਬਣਾਤੇ, ਹੱਥਾਂ ਵਿੱਚ ਹਥਿਆਰ ਫੜਾਤੇ, ਭਰੀ ਕਚਹਿਰੀ ਫੈਰ ਜੋ ਮਾਰੇ, ਆਖਣ ਉਹ ਜੱਟ ਹੁੰਦਾ ਹੈ। ਐਸ਼ ਇਸ਼ਕ ਜੀ ਦੇ ਦੋਹੀ ਫੰਡੇ, ਯਾਰ ਬੇਲੀ ਜੀ ਦੇ ਵੈਲੀ ਚੰਡੇ, ਗਟ ਗਟ ਬੋਤਲ ਨੀਟ ਚੜਾਵੇ, ਆਖਣ ਉਹ ਜੱਟ ਹੁੰਦਾ ਹੈ। ਲੰਡੀ ਜੀਪ ਜੀ ਦੀ ਸਿੰਗਲ ਤੋੜੇ, ਗਲ ਗਲ ਤੇ ਜਿਹੜਾ ਮੁੱਛ ਮਰੋੜੇ, ਠੇਕੇ ਠਾਣੇ ਜੇਲ੍ਹ ਜੋ ਜਾਵੇ, ਆਖਣ ਉਹ ਜੱਟ ਹੁੰਦਾ ਹੈ। ਭੋਲੇ ਭਾਲੇ ਤੇਰੇ ਜਿਗਰ ਦੇ ਟੋਟੇ, ਭੋਲੇ ਭਾਲੇ ਤੇਰੇ ਜਿਗਰ ਦੇ ਟੋਟੇ, ਖਰੇ ਸਿੱਕੇ ਇਹਨਾਂ ਕਰਤੇ ਖੋਟੇ। ਵੈਰੀ ਗੁੱਡ, ਬਹੁਤ ਅੱਛੇ। ਕੀ ਕੁਫਰ ਤੋਲਿਆ ਹੋਏ। ਓਏ ਜੱਟਾ ਸਰਦਾਰਾ ਤੇਰੀ ਅਕਲ ਨੂੰ ਲੱਗਿਆ ਤਾਲਾ, ਹਾੜਾ ਜਾਗ ਭੋਲਿਆ ਓਏ, ਗੱਪ ਗਪੌੜੀ ਗੀਤਕਾਰਾਂ ਨੇ ਗਾ ਝੂਠੇ ਸੋਲੇ ਤੇਰਾ ਅਕਸਰ ਰੋਲਿਆ। ਬਿਲਕੁਲ ਸੱਚ ਹੈ ਇਹ। ਕੀ ਸੱਚ, ਕੀ ਬਾਤ ਹੈ, ਸੱਚਾਈ ਬਿਆਨ ਕੀਤੀ। ਕਚਹਿਰੀਆਂ 'ਚ ਫਲਾਣਾ ਮੇਲੇ ਲੱਗਦੇ ਤੇ ਉਹ ਲੰਡੀਆਂ ਜੀਪਾਂ, ਉਹ ਸਾਰਾ ਕੁਝ, ਉਹ ਸਾਰੀ ਦ੍ਰਿਸ਼ਾਵਲੀ ਮੇਰੇ ਅੱਗੇ ਦੀ ਘੁੰਮ ਰਹੀ ਹੈ ਕਿ ਰਸ਼ੀਆ ਦੇ ਟੈਂਕ ਵਰਗਾ ਜੱਟ ਤੇ ਇਰਾਕ ਸਦਾਮ ਹੁਸੈਨ ਦੇ ਬੋਲਾਂ ਵਰਗਾ। ਸੋਚ ਕਿੱਥੇ ਲੈ ਗਏ। ਔਰ ਅਸਲ ਜੱਟ ਜਿਹੜਾ ਉਹ ਸਲਫਾਸ ਖਾ ਰਿਹਾ, ਕਰਜ਼ੇ ਹੇਠ ਡੁੱਬਿਆ ਪਿਆ। ਪੰਜਾਬ ਦੇ ਆਰਥਿਕ ਆંકੜੇ ਕੱਢ ਕੇ ਦੇਖ ਲਓ, ਤੁਹਾਡੇ ਮੂੰਹਾਂ ਤੇ ਤਾਲੇ ਲੱਗ ਜਾਣਗੇ। ਜਿਹੜੇ ਗੀਤਕਾਰ ਤੇ ਗਾਇਕ ਬੇਸ਼ੱਕ ਮੇਰਾ ਗੁੱਸਾ ਕਰੀ ਜਾਣ, ਸਾਡੀ ਇੰਡਸਟਰੀ ਦਾ ਹਿੱਸਾ ਨੇ ਉਹ ਸਾਰੇ, ਗਾਇਕ ਵੀ ਤੇ ਗੀਤਕਾਰ ਵੀ, ਪਰ ਤੁਸੀਂ ਆਪਣੀ ਸੌੜੀ ਸੋਚ ਤੇ ਆਪਣੀ ਜੇਬ ਕਰਕੇ ਉਸ ਸੱਚਾਈ ਤੋਂ ਮੁਨਕਰ ਨਾ ਹੋਵੋ। ਸੱਚਾਈ ਤਾਂ ਉਹ ਸੀ ਜਿਹੜੀ ਰਾਜ ਬਰਾੜ ਨੇ ਗਾਈ ਸੀ ਕਿ ਪੁੱਤ ਵਰਗਾ ਫੌਰ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਜਾਂ ਕਰਮਜੀਤ ਅਨਮੋਲ ਨੇ ਗਾਈ ਸੀ ਕੁਲਦੀਪ ਕੰਡਿਆਰੇ ਦਾ ਲਿਖਿਆ ਹੋਇਆ ਗੀਤ ਕਿ ਮੇਰਾ ਪਿੰਡ ਵਕਾਊ ਹੈ, ਸਾਰਾ ਪਿੰਡ। ਬਿਲਕੁਲ ਬਿਲਕੁਲ, ਅਸਲ ਸੱਚਾਈਆਂ ਤਾਂ ਡਾਕਟਰ ਸਾਹਿਬ ਮੇਰੇ ਖਿਆਲ ਚ ਉਹ ਨੇ ਨਾ। ਬਿਲਕੁਲ ਜੀ ਬਿਲਕੁਲ, ਪਿੰਡ ਵਕਾਊ ਹੈ। ਜੇ ਤੁਹਾਡਾ ਜਿਹੜਾ ਹੈ ਤੁਹਾਨੂੰ ਸਕੂਨ ਨਹੀਂ ਮਿਲਦਾ, ਤੁਹਾਨੂੰ ਪੂਰੀ ਤਰ੍ਹਾਂ ਖਾਣ ਪੀਣ ਨੂੰ ਨਹੀਂ ਮਿਲਦਾ, ਤੁਹਾਡੀ ਸਮਾਜ ਦੇ ਵਿੱਚ ਕੋਈ ਪੋਜੀਸ਼ਨ ਹੈ ਨਹੀਂ ਤੇ ਤੁਹਾਨੂੰ ਸਿਰਫ ਤੇ ਸਿਰਫ ਇੱਕ ਪੁਰਜ਼ੇ ਦੀ ਤਰ੍ਹਾਂ ਵਰਤਿਆ ਜਾ ਰਿਹਾ, ਤਾਂ ਫਿਰ ਸਰ ਐ ਲੱਗਦਾ ਕਿ ਨਹੀਂ, ਸਾਡੇ ਲਈ ਤਾਂ ਸਮਾਜ ਦੇ ਵਿੱਚ ਕੁਝ ਵੀ ਨਹੀਂ ਹੈ। ਤਾਂ ਫਿਰ ਉਹ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਇੱਕ ਨਰਕ ਵਰਗੀ ਹੈ। ਉਹਨੂੰ ਅਸੀਂ ਕਿਸੇ ਹੋਰ ਮਖੌਟੇ ਨੂੰ ਚੜਾ ਕੇ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰ ਸਕਦੇ। ਜੇ ਕਰਾਂਗੇ ਤਾਂ ਸਮੇਂ ਦੇ ਨਾਲ ਇੱਕ ਬਹੁਤ ਵੱਡਾ ਝੂਠ ਹੋਵੇਗਾ। ਡਾਕਟਰ ਸਾਹਿਬ, ਆਪਾਂ ਇਹਨਾਂ ਗੀਤਕਾਰਾਂ ਔਰ ਗਾਇਕਾਂ ਦੀ ਉਹ ਗੱਲ ਕਰ ਰਹੇ ਹਾਂ। ਮੇਰਾ ਹਾਣੀ ਹੈ, ਮੇਰਾ ਮਿੱਤਰ ਹੈ ਕੰਵਰ ਗਰੇਵਾਲ, ਉਸ ਮੁੰਡੇ ਨੇ ਇੱਕ ਚੰਗਾ ਟਰੈਕ ਫੜਿਆ, ਉਸ ਨੂੰ ਲੋਕ ਫੋਲੋ ਵੀ ਕਰਦੇ ਆ। ਮੈਨੂੰ ਦਰਸ਼ਕਾਂ ਨੂੰ ਦੱਸਦੇ ਬੇहद ਖੁਸ਼ੀ ਹੋ ਰਹੀ ਹੈ। ਕੰਵਰ ਹੋਰਾਂ ਦੀ ਗਾਇਕੀ ਦੇ ਵਿੱਚੋਂ ਇੱਕ ਗੀਤ ਜਿਹੜਾ ਹੈ ਉਹ ਡਾਕਟਰ ਸਾਹਿਬ ਦੀ ਕਲਮ ਦੇ ਵਿੱਚੋਂ ਨਿਕਲਿਆ ਹੈ।
ਸਾਡੀਆਂ ਉਹਨਾਂ ਧੀਆਂ ਕੁੜੀਆਂ ਚਿੜੀਆਂ ਭੈਣਾਂ ਦੇ ਲਈ ਗੀਤ ਸੀ। ਡਾਕਟਰ ਸਾਹਿਬ ਉਸ ਗੀਤ ਦੀ ਸਾਂਝ ਮੈਂ ਜ਼ਰੂਰ ਚਾਹਾਂਗਾ, ਜਿਹੜਾ ਗੀਤ ਕੰਵਰ ਹੋਰਾਂ ਨੇ ਤੁਹਾਡੀ ਕਲਮ ਦਾ ਜਿਹੜੀ ਰਚਨਾ ਜਿਹੜੀ। ਬਿਲਕੁਲ ਪ੍ਰਿੰਸ ਜੀ, ਮੈਂ ਪਹਿਲਾਂ ਦੱਸ ਦਿਆਂ ਕਿ ਕੰਵਰ ਗਰੇਵਾਲ ਜੋ ਹੈ ਇੱਕ ਵਾਹਿਦ ਇੱਕ ਇਹੋ ਜਿਹਾ ਕਲਾਕਾਰ ਫਨਕਾਰ ਹੈ ਜਿਹਦੀ ਆਵਾਜ਼ ਜ਼ਰੂਰ ਨੂੰ ਧੂ ਪਾਉਂਦੇ ਆ ਜੀ, ਜਿਹਦੇ ਇੱਕ ਇੱਕ ਅਲਫਾਜ਼ ਜਿਹੜੇ ਨੇ ਉਸ ਨੂੰ ਜਿਹੜੇ ਨੇ ਸੰਗੀਤ ਨੂੰ ਪਿਆਰ ਕਰਨ ਵਾਲੇ ਸਿਜਦਾ ਕਰਦੇ ਨੇ ਜੀ। ਸੋ ਜੇਕਰ ਇਹੋ ਜਿਹੇ ਗਾਇਕ ਨੂੰ ਤੁਸੀਂ ਆਪਣਾ ਕੋਈ ਰਚਨਾ ਜਿਹੜੀ ਹੈ ਉਹਨਾਂ ਤੱਕ ਪਹੁੰਚਾ ਦਿੰਦੇ ਹੋ ਔਰ ਗਾਉਂਦਾ ਹੈ ਤਾਂ ਫਿਰ ਐਂ ਲੱਗਦਾ ਕਿ ਠੀਕ ਹੈ, ਤੁਹਾਡਾ ਮਕਸਦ ਜਿਹੜਾ ਪੂਰਾ ਹੋਇਆ। ਆਪਣੇ ਕੰਮ ਦਾ ਟਰੈਕ ਸਹੀ ਹੈ, ਅਸੀਂ ਸਹੀ ਟਰੈਕ। ਤੇ ਇਸੇ ਤਰ੍ਹਾਂ ਦਾ ਪ੍ਰਿੰਸ ਸਾਹਿਬ, ਮੈਨੂੰ ਨਾ ਮੈਂ ਕਾਲਜ ਦੇ ਇੱਕ ਪ੍ਰੋਫੈਸਰ ਹਾਂ ਸਰਕਾਰੀ ਕਾਲਜ ਮੁਹਾਲੀ ਦੇ ਵਿੱਚ ਜੀ, ਤੇ ਇੱਕ ਸਾਡਾ ਚੱਲ ਰਿਹਾ ਸੀਗਾ ਇੱਕ ਟੈਕ ਫਸਟ ਚੱਲ ਰਿਹਾ ਸੀਗਾ, ਉਹਦੇ ਵਿੱਚ ਸਾਡੇ ਚੀਫ ਗੈਸਟ ਸੀਗੇ, ਉਹ ਕੁੜੀਆਂ ਨੂੰ ਐਡਰੈਸ ਕਰ ਰਹੇ ਸੀ ਕਿ ਵਿਚਾਰੀ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ, ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ। ਜਦੋਂ ਉਹਨਾਂ ਨੇ ਦੋ ਤਿੰਨ ਰਿਪੀਟ ਕੀਤਾ ਤੇ ਮੈਨੂੰ ਜਿਹੜਾ ਇਹ ਸ਼ਬਦ ਸੀ ਬੜਾ ਇਹ ਪਿੰਚ ਕੀਤਾ ਕਿ ਕੁੜੀਆਂ ਤਾਂ ਬਹੁਤ ਕੁਛ ਨੇ, ਕੁੜੀਆਂ ਚਿੜੀਆਂ ਨਹੀਂ ਹੈ। ਤਾਂ ਮੈਂ ਇੱਕ ਨਜ਼ਮ ਲਿਖੀ ਔਰ ਮੈਨੂੰ ਆਪਣੇ ਆਪ ਤੇ ਬੜਾ ਲੱਗਦਾ ਹੈ ਕਿ ਇਹ ਮੇਰੀ ਇੱਕ ਨਜ਼ਮ ਸੀ, ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ। ਸਾਂਝ ਪਾਓ ਸਰ। ਬਿਲਕੁਲ, ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਬਾਜ਼ ਕਹਾਵਣ ਜਾਣਦੇ ਹਾਂ। ਵਾਹ। ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਬਾਜ਼ ਕਹਾਵਣ ਜਾਣਦੀਆਂ, ਪੈਰਾਂ ਦੀ ਜੁੱਤੀ ਨਹੀਂ ਰਹੀਆਂ, ਅਸੀਂ ਤਾਜ਼ ਕਹਾਵਣ ਜਾਣਦੀਆਂ, ਅਸੀਂ ਹੋਈਆਂ ਮਰਦ ਦਿਹਾਣ ਦੀਆਂ। ਵਾਹ। ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਤਰਸ ਦਾ ਪਾਤਰ ਨਹੀਂ ਬਣਨਾ, ਅਸੀਂ ਤਰਸ ਦਾ ਪਾਤਰ ਨਹੀਂ ਬਣਨਾ, ਅਸੀਂ ਹੱਕਾਂ ਖਾਤਰ ਹੈ ਲੜਨਾ, ਹੱਥ ਵਧਿਆ ਪੱਤ ਵੱਲ ਨਹੀਂ ਜਰਨਾ, ਉਹ ਵੱਡ ਵੱਡ ਟੋਟੇ ਹੈ ਕਰਨਾ, ਅਸੀਂ ਧੀਆਂ ਪਿਤਾ ਦਸ਼ਮੇਸ਼ ਦੀਆਂ, ਤਲਵਾਰ ਚਲਾਵਣ ਜਾਣਦੀਆਂ, ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਬਾਜ਼ ਕਹਾਵਣ ਜਾਣਦੀਆਂ, ਅਸੀਂ ਇਲਮ ਚ ਮੂਹਰੇ ਖੜੀਆਂ ਹਾਂ। ਵਾਹ। ਅਸੀਂ ਇਲਮ ਚ ਮੂਹਰੇ ਖੜੀਆਂ ਹਾਂ, ਅਸੀਂ ਐਵਰਸਟ ਉੱਤੇ ਚੜੀਆਂ ਹਾਂ, ਅਸੀਂ ਸਰਹੱਦਾਂ ਤੇ ਲੜੀਆਂ ਹਾਂ, ਅਸੀਂ ਨਸ਼ਿਆਂ ਵਿੱਚ ਨਹੀਂ ਹੜੀਆਂ ਹਾਂ, ਅਸੀਂ ਹਰ ਸ਼ੋਬੇ ਵਿੱਚ ਔਰਤ ਦਾ ਸਨਮਾਨ ਵਧਾਵਣ ਜਾਣਦੀਆਂ, ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਬਾਜ਼ ਕਹਾਵਣ ਜਾਣਦੀਆਂ। ਵਾਹ। ਅਸੀਂ ਮਾਵਾਂ ਬਣ ਮਮਤਾ ਵੰਡੀਏ। ਮੈਂ ਹੁਣ ਰਿਸ਼ਤਿਆਂ ਦੀ ਗੱਲ ਕਰਾਂ। ਜੀ ਜੀ। ਅਸੀਂ ਮਾਵਾਂ ਬਣ ਮਮਤਾ ਵੰਡੀਏ, ਅਸੀਂ ਧੀਆਂ ਬਣ ਖੈਰਾਂ ਮੰਗੀਏ, ਅਸੀਂ ਭੈਣਾਂ ਬਣ ਰਖੜੀ ਬਣੀਏ, ਅਸੀਂ ਪਤਨੀ ਬਣ ਵਰ ਰੱਬ ਬਣੀਏ, ਅਸੀਂ ਰਿਸ਼ਤੇ ਦੀ ਜੜ ਪੱਥਰ ਦੀ ਕੁੱਖ ਵਿੱਚ ਵੀ ਲਾਵਣ ਜਾਣਦੀਆਂ। ਵਾਹ ਵਾਹ। ਅਸੀਂ ਰਿਸ਼ਤੇ ਦੀ ਜੜ ਪੱਥਰ ਦੀ ਕੁੱਖ ਵਿੱਚ ਵੀ ਲਾਵਣ ਜਾਣਦੀਆਂ, ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਬਾਜ਼ ਕਹਾਵਣ ਜਾਣਦੀਆਂ। ਹਾੜਾ ਬਸ ਕਰੋ ਐ ਫਨਕਾਰੋ। ਪਲੀਜ਼ ਗੀਤਾਂ ਦੇ ਵਿੱਚ ਇੱਕ ਧੀਆਂ ਦੀ ਕੁੜੀਆਂ ਦੀ ਜਿਹੜੀ ਮਰਿਆਦਾ ਹੈ ਉਹਨੂੰ ਅਸੀਂ ਜਿਹੜਾ ਹੈ ਕਾਇਮ ਰੱਖੀਏ। ਮੈਂ ਮਾਫੀ ਚਾਹਾਂਗਾ ਔਰ ਅਪੀਲ ਵੀ ਕਰਾਂਗਾ। ਜੀ ਬਿਲਕੁਲ। ਹਾੜਾ ਬਸ ਕਰੋ ਹੁਣ ਫਨਕਾਰੋ, ਸਾਹਿਬਾਂ ਦਾ ਮੇਣਾ ਨਾ ਮਾਰੋ, ਕੜਾ ਕੱਚਾ ਸੋਹਣੀ ਦਾ ਤਾਰੋ, ਰੂਹ ਸੱਸੀ ਦੀ ਰੂਹ ਸੜਦੀ ਸੱਸੀ ਦੀ ਠਾਰੋ, ਅਸੀਂ ਮਰਦ ਦੀ ਫੋਕੀ ਹੈਂਕੜ ਦਾ ਹਰ ਪਾਜ ਉਗਾੜਨ ਜਾਣਦੀਆਂ, ਅਸੀਂ ਕੁੜੀਆਂ ਹਾਂ ਕੋਈ ਚਿੜੀਆਂ ਨਹੀਂ, ਅਸੀਂ ਬਾਜ਼ ਕਹਾਵਣ ਜਾਣਦੀਆਂ, ਅਸੀਂ ਬਾਜ਼ ਕਹਾਵਣ ਜਾਣਦੀਆਂ। ਇਨਸ਼ਾਅੱਲਾ ਅਸੀਂ ਆਸ ਕਰਦੇ ਹਾਂ ਕਿ ਸਾਡੀਆਂ ਧੀਆਂ ਸਾਡੀਆਂ ਕੁੜੀਆਂ ਸੱਚਮੁੱਚ ਬਾਜ਼ ਕਹਾਵਣ ਨਾ ਬਾਜ਼ ਵਾਂਗੂ ਉਡਾਰੀਆਂ ਭਰਨ ਔਰ ਬਾਜ਼ ਵਰਗੇ ਕਿਰਦਾਰ ਜਿਹੜੇ ਨਿਭਾ ਰਹੀਆਂ ਨੇ ਉਸ ਨੂੰ ਹੋਰ ਪੁਖਤਗੀ ਨਾਲ ਨਿਭਾਉਣ। ਵੇਲਾ ਇੱਕ ਬ੍ਰੇਕ ਦਾ ਹੋਇਆ। ਬ੍ਰੇਕ ਦੇ ਅਗਲੇਰੇ ਪਾਰ ਡਾਕਟਰ ਜਸਪਾਲ ਜੀ ਨਾਲ ਸਾਹਿਤਕ ਤੰਦਾਂ ਦਾ ਸਫ਼ਰ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਮੁੜ ਤੁਹਾਡਾ ਸਵਾਗਤ ਤੇ ਸਾਹਿਤ ਦੀ ਤੰਦ ਪਈ ਹੋਈ ਡਾਕਟਰ ਜਸਪਾਲ ਜੀ ਹੋਰਾਂ ਨਾਲ ਬਿਨਾਂ ਸਮਾਂ ਗਵਾਏ ਆਓ ਫਿਰ ਤੋਂ ਇਸ ਤੰਦ ਨੂੰ ਜੋੜ ਲੈਂਦੇ ਹਾਂ। ਡਾਕਟਰ ਸਾਹਿਬ, ਉਹ ਨਜ਼ਮ ਜਿਹੜੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦਿਲ ਦੇ ਬਹੁਤ ਕਰੀਬ ਹੈ, ਸਾਹਿਤਕ ਸਫ਼ਰ ਦੇ ਵਿੱਚ ਵੀ ਔਰ ਬਾਕੀ ਸਾਰੇ ਵਰਤਾਰਿਆਂ ਦੇ ਵਿੱਚ ਵੀ, ਉਸ ਦੀ ਸਾਂਝ ਪਾਈਏ। ਪਹਿਲਾਂ ਤਾਂ ਪ੍ਰਿੰਸ ਜੀ, ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਜੀ, ਕਿਉਂਕਿ ਮੈਂ ਕੋਈ ਸਥਾਪਤ ਜਿਹੜਾ ਹੈ ਕਲਾਕਾਰ ਨਹੀਂ ਹੈ ਨਾ। ਛੱਡੋ ਪਰ ਸਥਾਪਤੀ ਨੂੰ ਸਰ, ਸਥਾਪਤੀ ਆਪਣੇ ਆਪ ਦੀ ਹੈ। ਮੈਨੂੰ ਤੁਹਾਡੀ ਕਿਸੇ ਨੇ ਪੁੱਛਿਆ ਵੀ ਕਾਕਾ ਤੂੰ ਕਲਮ ਦੀ ਸਥਾਪਤੀ ਹੈ। ਮੈਨੂੰ ਕਿਸੇ ਮੈਚੁਰ ਰਾਈਟਰ ਨੇ ਸਵਾਲ ਪੁੱਛਿਆ, ਕਾਕਾ ਤੂੰ ਕੀ ਲਿਖਦਾ ਜੀ? ਤਾਂ ਫਿਰ ਮੈਂ ਉਸ ਨੂੰ ਕੀ ਲਿਖਦਾ ਜਵਾਬ ਜਿਹੜਾ ਹੈ ਇਸ ਗਜ਼ਲ ਰਾਹੀਂ ਲਿਖਿਆ ਜੀ। ਇਰਸ਼ਾਦ। ਨਾ ਤੋਲਾ ਵੱਧ ਲਿਖਦਾ ਹਾਂ, ਨਾ ਮਾਸਾ ਘੱਟ ਲਿਖਦਾ ਹਾਂ, ਨਾ ਤੋਲਾ ਵੱਧ ਲਿਖਦਾ ਹਾਂ, ਨਾ ਮਾਸਾ ਘੱਟ ਲਿਖਦਾ ਹਾਂ, 16 ਆਨੇ ਖਰੀ ਗੱਲ ਦਾ ਵੀ ਕੱਢ ਕੇ ਤੱਤ ਲਿਖਦਾ ਹਾਂ। ਆਏ 16 ਆਨੇ ਖਰੀ ਗੱਲ ਦਾ ਵੀ ਕੱਢ ਕੇ ਤੱਤ ਲਿਖਦਾ ਹਾਂ, ਜੋ ਮੇਰਾ ਜ਼ਿਹਨ ਕਹਿੰਦਾ ਹੈ ਉਹਨੂੰ ਤੋਲਾ ਮੈਂ 100 ਵਾਰੀ, ਜੋ ਮੇਰਾ ਜ਼ਿਹਨ ਕਹਿੰਦਾ ਹੈ ਉਹਨੂੰ ਤੋਲਾ ਮੈਂ 100 ਵਾਰੀ, ਜੋ ਮੇਰੇ ਦਿਲ ਨੂੰ ਭਾਉਂਦਾ ਹੈ
ਉਹਨੂੰ ਮੈਂ ਝੱਟ ਝੱਟ ਲਿਖਦਾ ਹਾਂ। ਵਾਹ, ਜ਼ਿਕਰ ਫੁੱਲਾਂ ਨਾ ਤਾਰਿਆਂ ਦਾ, ਫਿਕਰ ਚੁੱਲ੍ਹਿਆਂ ਤੇ ਢਾਰਿਆਂ ਦਾ। ਹਾਏ, ਬਹੁਤ ਅੱਛੀ। ਜ਼ਿਕਰ ਫੁੱਲਾਂ ਨਾ ਤਾਰਿਆਂ ਦਾ, ਫਿਕਰ ਚੁੱਲ੍ਹਿਆਂ ਤੇ ਢਾਰਿਆਂ ਦਾ। ਮੈਂ ਮਹਿਬੂਬਾ ਨੂੰ ਅਕਸਰ ਇਸ ਤਰ੍ਹਾਂ ਦੇ ਖੱਤ ਲਿਖਦਾ ਹਾਂ। ਕੀ ਬਾਤ। ਬੰਦੇ ਬੁੱਤਾਂ ਤੇ ਪੱਥਰਾਂ ਵਿੱਚ ਸੌਰੀ ਬੰਦੇ ਬੁੱਤਾਂ ਤੇ ਪੱਥਰਾਂ ਵਿੱਚ, ਗਧੇ ਘੋੜੇ ਤੇ ਖੱਚਰਾਂ ਵਿੱਚ, ਸੂਰਜ ਜੁਗਨੂ ਚਿਰਾਗਾਂ ਵਿੱਚ ਸਦਾ ਮੈਂ ਫਰਕ ਲਿਖਦਾ ਹਾਂ। ਕੀ ਸ਼ੇਅਰ ਹੈ। ਵਾਹ। ਜੰਗਲ ਬੇਲੇ ਪਸ਼ੂ ਪੰਛੀ, ਨਦੀ ਝਰਨੇ ਅੰਬਰ ਤਾਰੇ। ਜੰਗਲ ਬੇਲੇ ਪਸ਼ੂ ਪੰਛੀ, ਨਦੀ ਝਰਨੇ ਅੰਬਰ ਤਾਰੇ। ਮੈਂ ਖਾਲਕ ਦੀ ਜੋ ਕਣ ਕਣ ਤੜਕਦੀ ਖਲਕਤ ਲਿਖਦਾ ਹਾਂ। ਵਾਹ। ਜਿੱਥੇ ਕੂੜੇ ਦੇ ਢੇਰਾਂ ਚੋਂ ਬੱਚੇ ਰੋਟੀ ਦਾ ਟੁੱਕ ਲੱਭਦੇ, ਜਿੱਥੇ ਕੂੜੇ ਦੇ ਢੇਰਾਂ ਚੋਂ ਬੱਚੇ ਰੋਟੀ ਦਾ ਟੁੱਕ ਲੱਭਦੇ, ਮੈਂ ਉਥੋਂ ਦੇ ਨਿਜ਼ਾਮਾਂ ਨੂੰ ਸ਼ਰੇਆਮ ਨਰਕ ਲਿਖਦਾ ਹਾਂ। ਵਾਹ। ਮੈਂ ਮਜ਼ਲੂਮਾਂ ਤੇ ਅਬਲਾ ਦੇ, ਮੈਂ ਮਜ਼ਦੂਰਾਂ ਕਿਸਾਨਾਂ ਦੇ, ਮੈਂ ਮਜ਼ਲੂਮਾਂ ਤੇ ਅਬਲਾ ਦੇ, ਮੈਂ ਮਜ਼ਦੂਰਾਂ ਕਿਸਾਨਾਂ ਦੇ, ਮਲਮ ਹਰਫਾਂ ਦਾ ਜ਼ਖਮਾਂ ਤੇ ਲਾਸੂਹੇ ਵਰਕ ਲਿਖਦਾ ਹਾਂ। ਮਜ਼ਹਬ ਜਾਤਾਂ ਜਮਾਤਾਂ ਕਿਉਂ, ਮਜ਼ਹਬ ਜ਼ਾਤਾਂ ਜਮਾਤਾਂ ਕਿਉਂ, ਮਜ਼ਹਬ ਜਾਤਾਂ ਜਮਾਤਾਂ ਕਿਉਂ, ਦਹਿਸ਼ਤ ਨਫ਼ਰਤ ਇਹ ਗੁਰਬਤ ਕਿਉਂ। ਸਰਾਪੀ ਆਮ ਬੰਦੇ ਦੀ ਜੂਨੀ ਦਾ ਤਰਕ ਲਿਖਦਾ ਹਾਂ। ਜ਼ਹਿਰ ਦਿੱਤਿਆਂ ਜੋ ਨਹੀਂ ਮਰਦਾ, ਜੋ ਅੱਗ ਲਾਇਆ ਨਹੀਂ ਸੜਦਾ। ਜ਼ਹਿਰ ਦਿੱਤਿਆਂ ਜੋ ਨਹੀਂ ਮਰਦਾ, ਜੋ ਅੱਗ ਲਾਇਆ ਨਹੀਂ ਸੜਦਾ। ਸਮਾਂ ਪੱਥਰਾ ਤੇ ਜੋ ਉਕਰੇ ਉਦਾਂ ਦਾ ਸੱਚ ਲਿਖਦਾ ਹਾਂ। ਨਾ ਤੋਲਾ ਵੱਧ ਲਿਖਦਾ ਹਾਂ, ਨਾ ਮਾਸਾ ਘੱਟ ਲਿਖਦਾ ਹਾਂ। 16 ਨੇ ਖਰੀ ਗੱਲ ਦਾ ਵੀ ਕੱਢ ਕੇ ਤੱਤ ਲਿਖਦਾ। ਵਾਹ। ਇਹ ਮੈਨੂੰ ਲੱਗਦਾ ਹੁੰਦਾ ਕਿ ਜਦੋਂ ਮੈਂ ਲਿਖਦਾ ਹਾਂ ਤੇ ਮੇਰੀ ਇੱਕ ਤਰ੍ਹਾਂ ਦੀ ਜਿਹੜੀ ਹੈ ਆਪਣੇ ਆਪ ਦੇ ਨਾਲ ਇੱਕ ਕਮਿਟਮੈਂਟ ਹੁੰਦੀ ਹੈ। ਯੈਸ, ਇਹ ਹੋਣੀ ਚਾਹੀਦੀ ਹੈ ਸਰ, ਬਿਲਕੁਲ ਹੋਣੀ ਚਾਹੀਦੀ ਹੈ। ਇਸੇ ਕਮਿਟਮੈਂਟ ਦਾ ਤਾਂ ਮੇਰੇ ਖਿਆਲ 'ਚ ਚੱਕਰ ਹੈ ਸਾਰਾ, ਕਿ ਅਸੀਂ ਕਿੰਨੇ ਕਮਿਟਡ ਹਾਂ ਆਪਣੇ ਆਪ ਪ੍ਰਤੀ ਔਰ ਆਪਣੀ ਸੁਸਾਇਟੀ ਪ੍ਰਤੀ ਔਰ ਆਪਣੇ ਆਲੇ ਦੁਆਲੇ ਪ੍ਰਤੀ। ਹਾਂ ਬਿਲਕੁਲ ਜੀ। ਇੱਕ ਜਿਹੜਾ ਸਾਹਿਤਕਾਰ ਹੈ, ਜਿਹੜੇ ਤੁਸੀਂ ਕਹਿੰਦੇ ਆ ਵੀ ਇੱਕ ਮਾਲਾ ਹੈ, ਮਾਲਾ ਦੇ ਜਿਹੜੇ ਅੱਖਰ ਨੇ ਇਹ ਸਦੀਵੀ ਮਾਲਾ ਹੁੰਦੀ ਹੈ ਔਰ ਹਰ ਭੂਤ ਵਰਤਮਾਨ ਤੇ ਭਵਿੱਖ ਦੇ ਉੱਪਰ ਇਹਦੀ ਇੱਕ ਅਮਿਟ ਛਾਪ ਹੁੰਦੀ ਆ। ਇਸ ਕਰਕੇ ਇਹਦੇ ਨਾਲ ਸੱਚ ਹੀ ਜੋੜਨਾ ਚਾਹੀਦਾ। ਸਰ ਮੈਂ ਇਹ ਜਾਣਨਾ ਨਹੀਂ, ਮਤਲਬ ਮੈਂ ਚਾਹੁੰਦਾ ਕਿ ਜੇ ਕੋਈ ਇਦਾਂ ਦੀ ਨਜ਼ਮ ਤੁਹਾਡੇ ਕੋਲ ਹੈ। ਸਾਡੇ ਰਾਜਨੀਤਿਕ ਵਰਤਾਰੇ ਨੇ ਸਾਡੇ ਸਮਾਜਿਕ ਵਰਤਾਰੇ ਨੂੰ ਬਹੁਤ ਬੁਰੇ ਤਰੀਕੇ ਨਾਲ ਗੰਧਲਾ ਤੇ ਮਲੀਆਮੇਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ, ਉਹ ਕਰ ਰਿਹਾ ਹੈ। ਸਾਡੀਆਂ ਭਾਈਚਾਰਕ ਸਾਂਝਾਂ ਤੋੜ ਦਿੱਤੀਆਂ ਗਈਆਂ, ਰੰਗਾਂ ਜ਼ਾਤਾਂ ਧਰਮਾਂ ਮਜ਼ਹਬਾਂ ਦੇ ਨਾਂ ਦੇ ਉੱਤੇ ਸਾਡੇ ਨਾਲ ਕੀ ਕੁਝ ਹੋ ਰਿਹਾ ਹੈ, ਲੁਕਿਆ ਕਿਸੇ ਤੋਂ ਨਹੀਂ ਜੀ। ਤੁਹਾਡੀ ਇਸ ਸਾਰੇ ਵਰਤਾਰੇ ਵਿੱਚ ਕੀ ਹੈ? ਕਿਉਂਕਿ ਮੈਂ ਤਾਂ ਬਹੁਤ ਡਿਸਟਰਬ ਹੋ ਜਾਂਦਾ ਹੈ ਸਾਰੇ ਇਸ ਰਾਜਨੀਤਿਕ ਵਰਤਾਰੇ ਦੇ ਨਾਲ ਜੋ ਸਮਾਜ ਦੇ ਉੱਤੇ ਅਸਰ ਪੈ ਰਿਹਾ। ਜੀ। ਤੁਹਾਡੀ ਪਹੁੰਚ ਤੇ ਸੋਚ ਕੀ ਹੈ, ਨਜ਼ਮ ਦੇ ਰਾਹੀਂ ਜਾਂ ਤੁਹਾਡੇ ਆਪਣੇ ਖਿਆਲ ਦੇ ਰਾਹੀਂ? ਦਰਦ ਹੁੰਦਾ ਹੈ ਜਦੋਂ ਇਹੋ ਜਿਹਾ ਕੋਈ ਸਵਾਲ ਉੱਠਦਾ ਹੈ ਜੀ, ਤੇ ਉਹ ਦਰਦ ਨੂੰ ਮਰਹਮ ਦੇ ਤੌਰ ਤੇ ਅਲਫਾਜ਼ ਜਿਹੜੇ ਨੇ ਜੀ ਆਪਣਾ ਰੋਲ ਅਦਾ ਕਰਦੇ ਨੇ। ਬਿਲਕੁਲ ਮੈਂ ਵੀ ਤੁਹਾਡੇ ਵਾਂਗ ਮਹਿਸੂਸ ਕਰਦਾ ਕਿ ਮੈਂ ਆਮ ਬੰਦਾ ਹਾਂ ਤੁਹਾਡੇ ਵਾਂਗ, ਠੀਕ ਹੈ। ਇੱਕ ਨਜ਼ਮ ਹੈ ਭੇਡਾਂ ਬੱਕਰੀਆਂ। ਸਮਾਜ ਦੇ ਵਿੱਚ ਸਾਡੀ ਮੈਨੂੰ ਲੱਗਦਾ ਹੈ ਜੇ ਸੱਚ ਬੋਲਾਂ ਨਾ, ਆਮ ਬੰਦੇ ਦੀ ਕੋਈ ਔਕਾਤ ਨਹੀਂ ਹੈ। ਸੱਚ ਹੈ। ਭੇਡਾਂ ਬੱਕਰੀਆਂ ਵਰਗੇ ਆ। ਨਜ਼ਮ ਹੈ ਭੇਡਾਂ ਬੱਕਰੀਆਂ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਨਾ ਡੰਗਰ ਨਾ ਢਾਂਡੇ ਹਾਂ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਨਾ ਡੰਗਰ ਨਾ ਢਾਂਡੇ ਹਾਂ। ਜੱਦੀ ਪੁਸ਼ਤੀ ਮਾਲ ਸਮਝ ਸਦੀਆਂ ਤੋਂ ਚਾਰੀ ਜਾਂਦੇ ਆ। ਚਿੱਟੇ ਬਗਲੇ ਇੱਲਾ ਵਾਂਗੂ ਮਾਰ ਕੇ ਚੁੰਝਾਂ ਨੋਚ ਕੇ, ਭੋਲੀਆਂ ਘੁੱਗੀਆਂ ਚਿੜੀਆਂ ਦੇ ਢਿੱਡ ਕੋ ਪਾੜੀ ਜਾਂਦੇ ਆ। ਇਹ ਸਾਡੀ ਪੋਲਿਟਿਕਸ ਕਰ ਰਹੀ ਹੈ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਫਿਰ ਵੀ ਚਾਰੀ ਜਾਂਦੇ ਆ। ਹੜ ਆਵਣ ਤਾਂ ਅਸੀਂ ਹੀ ਹੜੀਏ, ਹੜ ਆਵਣ ਤਾਂ ਅਸੀਂ ਹੀ ਹੜੀਏ, ਸੋਕੇ ਪੈਣ ਤਾਂ ਅਸੀਂ ਹੀ ਸੜੀਏ, ਮਹਾਮਾਰੀ ਨਾਲ ਅਸੀਂ ਹੀ ਮਰੀਏ, ਬਲੀ ਦੇ ਬੱਕਰੇ ਅਸੀਂ ਹੀ ਬਣੀਏ। ਜੂਨ ਤਾਂ ਬੰਦਿਆਂ ਦੀ ਹੈ, ਜੂਨ ਤਾਂ ਬੰਦਿਆਂ ਦੀ ਹੈ, ਪਸ਼ੂਆਂ ਵਾਂਗ ਗੁਜ਼ਾਰੀ ਜਾਂਦੇ ਆ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਫਿਰ ਵੀ ਚਾਰੀ ਜਾਂਦੇ ਆ। ਚੰਨ ਤਾਰੇ ਆਫਤਾਬ ਨਹੀਂ ਮੰਗਦੇ, ਚੰਨ ਤਾਰੇ ਆਫਤਾਬ ਨਹੀਂ ਮੰਗਦੇ, ਕੋਹੇ ਨੂਰ ਪੁਖਰਾਜ ਨਹੀਂ ਮੰਗਦੇ, ਲਾਲ ਕਿਲਾ ਕੋਈ ਤਾਜ ਨਹੀਂ ਮੰਗਦੇ, ਦਿੱਲੀ ਦਾ ਕੋਈ ਰਾਜ ਨਹੀਂ ਮੰਗਦੇ। ਬਾਗੀ ਦੇਸ਼ ਧਰੋਹੀ ਦੇ ਸਾਨੂੰ ਫਤਵੇ ਚਾੜੀ ਜਾਂਦੇ। ਹਾਏ ਹਾਏ, ਬਾਗੀ ਦੇਸ਼ ਧਰੋਹੀ ਦੇ ਸਾਨੂੰ ਫਤਵੇ ਚਾੜੀ ਜਾਂਦੇ, ਆਪਣੇ ਹੱਕ ਮੰਗਦਿਆਂ ਨਾਲ ਆਹੀ ਕੁਛ ਹੁੰਦਾ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਫਿਰ ਵੀ ਚਾਰੀ ਜਾਂਦੇ ਆ। ਭੁੱਖੇ ਢਿੱਡ ਲਈ ਅੰਨ ਮੰਗਦੇ ਆ,
ਆਮ ਬੰਦਾ ਕੀ ਚਾਹੁੰਦਾ ਹੈ? ਬਿਲਕੁਲ। ਭੁੱਖੇ ਢਿੱਡ ਲਈ ਅੰਨ ਮੰਗਦੇ ਹਾਂ, ਹੱਥਾਂ ਦੇ ਲਈ ਕੰਮ ਮੰਗਦੇ ਹਾਂ, ਰੋਗ ਰਹਿਤ ਅਸੀਂ ਤਨ ਮੰਗਦੇ ਹਾਂ, ਵਿਦਿਆ ਦਾ ਅਸੀਂ ਧਨ ਮੰਗਦੇ ਹਾਂ। ਕੀ ਬਾਤ ਹੈ ਸਰ, ਆਹੀ ਸਾਡੀਆਂ ਮੁੱਖ, ਅਸੀਂ ਆਹੀ ਮੰਗਦੇ ਹਾਂ ਬਾਈ ਜੀ। ਵਾਅਦੇ ਕਰ ਕਰ ਲਾਲਾ ਲਾਰੇ ਬੁੱਤਾ ਸਾਰੀ ਜਾਂਦੇ ਆ, ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਫਿਰ ਵੀ ਚਾਰੀ ਜਾਂਦੇ ਆ। ਔਰ ਮੈਂ ਇਸ ਸਿਸਟਮ ਦੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸਾਨੂੰ ਸਮਝਿਆ 2 ਗਜ਼ ਭੋਇੰ ਤੇ ਦਫਨ ਹੈ ਹੋਣਾ, 2 ਗਜ਼ ਭੋਇੰ ਤੇ ਦਫਨ ਹੈ ਹੋਣਾ, ਜੇਬਾਂ ਵਾਲਾ ਕਫਨ ਨਹੀਂ ਹੋਣਾ, ਜੰਨਤ ਨਾਂ ਦਾ ਵਤਨ ਨਹੀਂ ਹੋਣਾ, ਕਬਰਾਂ ਵਿੱਚ ਕੋਈ ਜਸ਼ਨ ਨਹੀਂ ਹੋਣਾ। ਯੈਸ, ਦੁਬਾਰਾ ਮੁਕਰਰ ਕਰੋ। 2 ਗਜ਼ ਭੋਇੰ ਤੇ ਦਫਨ ਹੈ ਹੋਣਾ, ਜੇਬਾਂ ਵਾਲਾ ਕਫਨ ਨਹੀਂ ਹੋਣਾ, ਜੰਨਤ ਨਾਂ ਦਾ ਵਤਨ ਨਹੀਂ ਹੋਣਾ, ਕਬਰਾਂ ਵਿੱਚ ਕੋਈ ਜਸ਼ਨ ਨਹੀਂ ਹੋਣਾ। ਪੁਸ਼ਤ ਪੀੜੀਆਂ ਦੇ ਕੁੱਲ ਖਾਤਰ, ਪੁਸ਼ਤ ਪੀੜੀਆਂ ਦੇ ਕੱਲ ਖਾਤਰ ਸਾਡਾ ਅੱਜ ਵਿਗਾੜੀ ਜਾਂਦੇ ਆ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਫਿਰ ਵੀ ਚਾਰੀ ਜਾਂਦੇ ਆ। ਔਰ ਆਮ ਬੰਦਾ ਕੀ ਹੈ ਸਰ? ਨਿਆਂ ਦੀ ਤਕੜੀ ਹੱਕ ਨਾ ਤੋਲੇ, ਨਿਆਂ ਦੀ ਤਕੜੀ ਹੱਕ ਨਾ ਤੋਲੇ, ਨਿਆਂ ਦੀ ਤਕੜੀ ਹੱਕ ਨਾ ਤੋਲੇ, ਮੀਡੀਆ ਤੂਤੜੀ ਵਾਂਗੂ ਬੋਲੇ, ਕਲਮ ਸ਼ਾਇਰ ਦੀ ਗਾਉਂਦੀ ਸੋਲੇ, ਬੇਬਸ ਬੰਦਾ ਵਿਆਹ ਪਿਓ ਕੋਲੇ। ਲੋਕਤੰਤਰ ਦੀ ਆਤਮਾ ਲਾਂਬੂ ਲਾਲਾ ਸਾੜੀ ਜਾਂਦੇ ਆ। ਨਾ ਅਸੀਂ ਭੇਡਾਂ ਨਾ ਹੀ ਬੱਕਰੀਆਂ, ਫਿਰ ਵੀ ਚਾਰੀ ਜਾਂਦੇ ਆ, ਫਿਰ ਵੀ ਚਾਰੀ ਜਾਂਦੇ ਆ। ਆਹ ਤਾਂ ਸੱਚੀ ਬਿਆਨ ਕਰਤਾ ਤੁਸੀਂ। ਨਿਆਂ ਦੀ ਗੱਲ ਕਰਤੀ, ਅਦਾਲਤਾਂ ਮਾਫ ਕਰਨਾ, ਸਨਮਾਨਯੋਗ ਮਾਨਯੋਗ ਅਦਾਲਤਾਂ ਦਾ ਹਾਲ ਕੀ ਹੋਇਆ। ਸਰ ਮੇਰੇ ਕੋਲੇ ਵਕਤ ਦਾ ਨਾ 1 ਮਿੰਟ ਦਾ ਲਮਹਾ ਰਹਿ ਗਿਆ, ਔਰ ਮੈਂ ਚਾਹੁੰਦਾ ਕਿ ਉਹ 1 ਮਿੰਟ ਵੀ ਗੱਲਾਂ ਬਾਤਾਂ 'ਚ ਨਾ ਜਾਇਆ ਜਾਵੇ। ਸਿਰਫ 1 ਮਿੰਟ ਆਪਣੇ ਕੋਲੇ, 1 ਮਿੰਟ ਦੇ ਵਿੱਚ ਚੰਦ ਸ਼ੇਅਰ ਜੋ ਤੁਹਾਡੇ ਦਿਲ ਦੇ ਕਰੀਬ ਜਾਂ ਜੋ ਤੁਸੀਂ ਆਪਣੇ ਵੱਲੋਂ ਸੁਨੇਹਾ ਦੇਣਾ ਚਾਹੁੰਦੇ ਹੋ, ਉਹ ਭਾਵੇਂ 2 ਸ਼ੇਅਰ ਹੋਣ ਜਾਂ 1 ਮਿਸਰਾ ਹੋਵੇ। ਮੈਂ ਚਾਹਣਾ ਕਿ ਸਾਡਾ ਰਿਸ਼ਤਾ ਜਿਹੜਾ ਹੈ ਸਾਹਿਤ ਦੇ ਵਿੱਚ, ਗਾਇਕੀ ਦੇ ਵਿੱਚ, ਉਹ ਇਹ ਨਾ ਹੋਵੇ ਕਿ ਜੋ ਵਕਾਊ ਹੋਵੇ, ਮਾਰਕੀਟਿੰਗ ਹੋਵੇ ਉਸ ਦਾ। ਰਿਸ਼ਤਾ ਜਿਹੜਾ ਹੈ ਸਾਡਾ, ਉਹ ਹਮੇਸ਼ਾ ਮਤਲਬ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜ਼ਿੰਦਗੀ ਜਿਹੜੀ ਹੈ ਅੰਬਰਾਂ ਤੇ ਤਾਰਿਆਂ ਦਾ, ਨਦੀ ਤੇ ਕਿਨਾਰਿਆਂ ਦਾ, ਪੀਂਘ ਤੇ ਹੁਲਾਰਿਆਂ ਦਾ, ਰਿਸ਼ਤਾ ਵੀ ਜੋ ਹੋਏ ਤੇਰਾ ਮੇਰਾ ਹੋਏ। ਓਏ ਕੀ ਬਾਤ ਹੈ, ਵਾਹ। ਮੰਜ਼ਲਾਂ ਤੇ ਰਾਹਾਂ ਦਾ, ਰੁੱਖਾਂ ਤੇ ਛਾਵਾਂ ਦਾ, ਜ਼ਿੰਦਗੀ ਤੇ ਸਾਵਾਂ ਦਾ, ਰਿਸ਼ਤਾ ਵੀ ਜੋ ਹੋਏ ਤੇਰਾ ਮੇਰਾ ਹੋਏ। ਕੋਇਲ ਤੇ ਕੰਤ ਦਾ, ਸੂਰਤ ਤੇ ਕੰਠ ਦਾ, ਬਹਾਰ ਤੇ ਬਸੰਤ ਦਾ, ਰਿਸ਼ਤਾ ਵੀ ਜੋ ਹੋਏ ਤੇਰਾ ਮੇਰਾ ਹੋਏ। ਓਏ ਵਾਹ। ਚੰਨ ਤੇ ਚਕੋਰ ਦਾ, ਫੁੱਲ ਤੇ ਭੌਰ ਦਾ, ਪਤੰਗ ਤੇ ਡੋਰ ਦਾ, ਰਿਸ਼ਤਾ ਵੀ ਜੋ ਹੋਏ ਤੇਰਾ ਮੇਰਾ ਹੋਏ। ਸੋ ਮੈਂ ਚਾਹਣਾ ਕਿ ਰਿਸ਼ਤੇ ਜਿਹੜੇ ਸਾਹਿਤਕ ਸੱਥ ਦੇ ਵਿੱਚ ਇਹ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ, ਜਿਨ੍ਹਾਂ ਵਿੱਚ ਰੂਹਦਾਰੀ ਹੋਵੇ, ਜਿਨ੍ਹਾਂ ਵਿੱਚ ਪਾਕੀਜ਼ਗੀ ਹੋਵੇ, ਜਿਨ੍ਹਾਂ ਵਿੱਚ ਦਿਲ ਦੀ ਗੱਲ ਹੋਵੇ, ਜਿਨ੍ਹਾਂ ਵਿੱਚ ਸੱਚ ਜਿਹੜਾ ਹੈ ਉਹਨੂੰ ਅਲਫਾਜ਼ ਦੀ ਲੋੜ ਨਾ ਪਵੇ। ਉਹ ਜਿਹੜਾ ਹੈ ਸੱਚ ਤਾਂ ਦੂਰੋਂ ਹੀ ਨਜ਼ਰ ਆ ਜਾਂਦਾ ਹੈ। बहुत शुक्रिया डॉक्टर जसपाल सिंह जी। मेरा मन नहीं कर रहा पर वक्त की हर शय गुलाम, वक्त का हर शय पे राज आदमी को चाहिए, वक्त से डर कर रहे, क्या पता किस वक्त यारो वक्त का बदले मिजाज। इदों पहला वक्त का मिजाज बदले। ਅਸੀਂ ਵਿਦਾ ਲੈ ਲੈਂਦੇ ਹਾਂ ਅੱਜ ਦੇ ਸਾਹਿਤਕ ਸੱਥ ਦੇ ਵਿੱਚੋਂ, ਸਾਹਿਤਕ ਸਫ਼ਰ ਦੇ ਵਿੱਚੋਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਸ਼ੁਕਰੀਆ ਜਸ ਪੰਜਾਬੀ ਚੈਨਲ ਦਾ, ਔਰ ਖਾਸ ਕਰਕੇ ਬਹੁਤ ਹੀ ਪਿਆਰੇ ਤੇ ਸੂਝਵਾਨ ਸਾਹਿਤ ਨੂੰ ਸਮਝਣ ਵਾਲੇ ਦਰਸ਼ਕਾਂ ਦਾ, ਜਿਨ੍ਹਾਂ ਨੇ ਅੱਜ ਮੈਨੂੰ ਤੁਹਾਡੀ ਬਦੌਲਤ ਜਿਹੜਾ ਹੈ ਇਸ ਮੰਚ ਤੇ ਆਉਣ ਦਾ ਮੌਕਾ ਮਿਲਿਆ। ਬਹੁਤ ਬਹੁਤ ਸ਼ੁਕਰੀਆ, ਨਵਾਜ਼ਿਸ਼, ਮਿਹਰਬਾਨੀ। ਬਹੁਤ ਸ਼ੁਕਰੀਆ ਪਿਆਰੇ ਦਰਸ਼ਕੋ। ਅਗਲੀ ਵਾਰ ਫੇਰ ਸਾਹਿਤ ਦੀ ਤੰਦ ਨੂੰ ਕਿਸੇ ਹੋਰ ਪਿਆਰੇ ਸੱਜਣ ਦੇ ਨਾਲ ਪਾਵਾਂਗੇ। ਦਿਓ ਇਜਾਜ਼ਤ, ਹੱਸਦੇ ਵਸਦੇ ਤੰਦਰੁਸਤ ਤੇ ਖੁਸ਼ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ।